ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ। ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਗੁਰੂ ਅਰਜਨ ਜੀ ਟਿਕੇ ਤਰਨ ਤਾਰਨ ਸਥਾਨ। ਸੰਗ ਮਸੰਦਨ ਸੰਗਤਾਂ ਦਰਸੇ ਅਨਗਨ ਆਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਈ ਸਾਧ ਸੰਗਤ ਜੀ, ਆਪ ਸਰਬੱਤ ਸੰਗਤਾਂ ਬਹੁਤ ਵਡਭਾਗੇ ਹੋ ਜੋ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦੁਖ ਨਿਵਾਰਨ ਸਾਹਿਬ ਜੀ ਵਿਖੇ ਆਪ ਜੀ ਹਰ ਰੋਜ਼ ਦੀ ਤਰ੍ਹਾਂ ਹਾਜ਼ਰੀਆਂ ਭਰਦੇ ਹੋਏ ਲਾਹੇ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਦਿਨ ਦੇ ਪਿਛਲੇ ਪਹਿਰ ਦੇ ਸਮੇਂ ਦਾ ਸੁੰਦਰ ਦੀਵਾਨ ਸੱਜ ਰਿਹਾ ਹੈ। ਗੁਰੂ ਘਰ ਦੇ ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਸਰਬੱਤ ਸੰਗਤਾਂ ਨੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਪਾਂ ਸਾਰੇ ਹੀ ਬੜੇ ਪ੍ਰੇਮ ਦੇ ਨਾਲ ਸ਼ਬਦ ਸਰਵਣ ਕਰ ਰਹੇ ਸੀ। ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਆ ਭਾਈ, ਤੇਰਾ ਕੰਮ ਚਿੰਤਾ ਕਰਨ ਦਾ ਨਹੀਂ, ਕਿਉਂਕਿ ਮਹਾਰਾਜ ਜੀ ਕਹਿੰਦੇ ਸੋ ਕਰਤਾ ਚਿੰਤਾ ਕਰੇ ਦਿਨ ਉਪਾਇਆ ਜਗ। ਜਗਤ ਸੰਸਾਰ ਦੀ ਚਿੰਤਾ ਪਰਮਾਤਮਾ ਵਾਹਿਗੁਰੂ ਨੂੰ ਹੈ। ਸਾਡਾ ਕੰਮ ਹੈ ਵਾਹਿਗੁਰੂ ਦਾ ਚਿੰਤਨ ਕਰਨਾ, ਵਾਹਿਗੁਰੂ ਦੀ ਯਾਦ ਵਿੱਚ ਜੁੜਨਾ, ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਜੁੜ ਕਰਕੇ ਜਿਵੇਂ ਆਪਾਂ ਰੋਜ਼ਾਨਾ ਹੀ ਆਪਣੇ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰਦੇ ਹਾਂ, ਇਹ ਸਾਧ ਸੰਗਤ ਜੀ ਨਿਤਾ ਪ੍ਰਤ ਦੀ ਮਰਜ਼ਾਦਾ ਦੇ ਅਨੁਸਾਰ ਆਓ ਬੜੇ ਪ੍ਰੇਮ ਦੇ ਨਾਲ ਜਿਵੇਂ ਗੁਰੂ ਕੇ ਇਤਿਹਾਸ ਦੀ ਕਥਾ ਦਾ ਸਮਾਂ ਹੋਇਆ ਹੈ, ਕਥਾ ਵਿਚਾਰ ਨੂੰ ਆਪਾਂ ਸਰਵਣ ਕਰੀਏ। ਪਿਛਲੇ ਪ੍ਰਸੰਗ ਦੇ ਅੰਦਰ ਆਪ ਸਰਬੱਤ ਸੰਗਤਾਂ ਨੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਪਿਰਤਪਾਲ ਸਿੰਘ ਜੀ ਤੋਂ ਜੋ ਇਸ ਪਾਵਨ ਸਥਾਨ ਦੇ ਹੈੱਡ ਗ੍ਰੰਥੀ ਹਨ, ਉਹਨਾਂ ਦੀ ਰਸਨਾ ਤੋਂ ਇਹ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ। ਕਿਵੇਂ ਬਾਬਾ ਸ਼੍ਰੀ ਚੰਦ ਜੀ ਨੇ ਆਪਣੇ ਪਰਮ ਸੇਵਕ ਭਾਈ ਕਮਲੀਆ ਜੀ ਤੋਂ ਉਹਨਾਂ ਨੂੰ ਗੁਰੂ ਦਰਬਾਰ ਦੇ ਵਿੱਚ ਭੇਜ ਕਰਕੇ ਭੇਟ ਮੰਗਵਾਈ। ਉਹ ਸਾਰੇ ਪ੍ਰਸੰਗ ਆਪ ਜੀ ਨੇ ਸਰਵਣ ਕੀਤੇ ਹਨ। ਜਿਵੇਂ ਸਾਧ ਸੰਗਤ ਜੀ ਅਗਲਾ ਪ੍ਰਸੰਗ ਆ ਰਿਹਾ ਹੈ, ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਬੜੇ ਹੀ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਆ ਰਹੇ ਗੁਰੂ ਕੇ ਪਾਵਨ ਇਤਿਹਾਸ ਦੀ ਕਥਾ ਵਿਚਾਰ ਨੂੰ ਸਰਵਣ ਕਰੀਏ। ਰਸਨਾ ਪਵਿੱਤਰ ਕਰਦੇ ਹੋਏ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਗੁਰੂ ਅਰਜਨ ਜੀ ਟਿਕੇ ਤਰਨ ਤਾਰਨ ਸਥਾਨ। ਸ਼੍ਰੋਮਣੀ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ। ਗੁਰੂ ਦਾ ਅਰਥ ਹੈ ਗੋ ਨਾਮ ਹੈ ਅਗਿਆਨਤਾ ਦੇ ਹਨੇਰੇ ਦਾ, ਰੂ ਨਾਮ ਹੈ ਪ੍ਰਕਾਸ਼ ਦਾ,
ਜੋ ਸਤਿਗੁਰੂ ਦੀ ਅਗਿਆਨਤਾ ਦਾ ਹਨੇਰਾ ਦੂਰ ਕਰਕੇ ਗਿਆਨ ਦੇਣ ਵਾਲੇ ਸ਼੍ਰੋਮਣੀ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਹਨ। ਸਤਿਗੁਰੂ ਜੀ ਸ਼੍ਰੀ ਤਰਨ ਤਾਰਨ ਸਾਹਿਬ ਜੀ ਇਲਾਕੇ ਦੇ ਵਿੱਚ ਜਿਹੜਾ ਮਹਾਨ ਮਾਝੇ ਦੇ ਅੰਦਰ ਮਹਾਰਾਜ ਜੀ ਨੇ ਸਿੱਖੀ ਦੇ ਪ੍ਰਚਾਰ ਦੇ ਲਈ ਇਹ ਮਹਾਨ ਤੀਰਥ ਸਥਾਪਿਤ ਕੀਤਾ। ਇਹ ਮਹਾਨ ਪਾਵਨ ਸ਼੍ਰੀ ਤਰਨ ਤਾਰਨ ਸਾਹਿਬ ਜੀ ਵਿਖੇ ਟਿਕੇ ਹਨ। ਸੰਗ ਮਸੰਦਨ ਸੰਗਤਾਂ ਦਰਸੇ ਅਨਗਨ ਆਨ। ਮਸੰਦਾਂ ਦੇ ਨਾਲ ਜੋ ਸਾਧ ਸੰਗਤ ਜੀ ਸਿੱਖੀ ਦੇ ਪ੍ਰਚਾਰ ਦੇ ਲਈ ਦੂਰ ਦੁਰਾਡੇ ਇਲਾਕਿਆਂ ਦੇ ਵਿੱਚ ਮਹਾਰਾਜ ਜੀ ਨੇ ਮਸੰਦ ਥਾਪੇ ਨੇ। ਉਹ ਮਸੰਦ ਆਪੋ ਆਪਣੇ ਇਲਾਕਿਆਂ ਦੇ ਵਿੱਚੋਂ ਸੰਗਤਾਂ ਨੂੰ ਨਾਲ ਲੈ ਕੇ ਆਉਂਦੇ ਨੇ। ਸੰਗਤਾਂ ਇਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਮਹਾਰਾਜ ਜੀ ਦੇ ਆਣ ਕੇ ਦਰਸ਼ਨ ਦਿਦਾਰੇ ਕਰਦੀਆਂ ਹਨ। ਚੌਪਈ ਜਹਾਂਗੀਰ ਕਿਸ ਕਾਰਨ ਕਰ ਕਹਿਣ ਲੱਗੇ ਕੈ। ਇੱਧਰ ਜੋ ਹਿੰਦੁਸਤਾਨ ਦਾ ਬਾਦਸ਼ਾਹ ਜਹਾਂਗੀਰ ਹੈ, ਬਾਦਸ਼ਾਹ ਜਹਾਂਗੀਰ ਨੇ ਕਿਸੇ ਕਾਰਨ ਕਰਕੇ ਇੱਕ ਸ਼ਹਿਜ਼ਾਦੇ ਸੋ ਰਿਸ ਧਰ ਕੈ। ਕਹਿਣ ਲੱਗੇ ਆਪਣੇ ਇੱਕ ਸ਼ਹਿਜ਼ਾਦੇ ਦੇ ਨਾਲ ਰਿਸ ਧਾਰ ਕਰਕੇ ਭਾਵ ਵੀ ਗੁੱਸੇ ਹੋ ਕਰਕੇ ਦਿਓ ਨਿਕਾਸ ਕਿਓ ਸਭ ਠੌਰ। ਕਹਿਣ ਲੱਗੇ ਬਾਦਸ਼ਾਹ ਜਹਾਂਗੀਰ ਨੇ ਆਪਣੇ ਸ਼ਹਿਜ਼ਾਦੇ ਨੂੰ ਸਾਧ ਸੰਗਤ ਜੀ ਆਪਣੇ ਮਹਿਲਾਂ ਦੇ ਵਿੱਚੋਂ ਕੱਢ ਦਿੱਤਾ ਹੈ। ਗੁੱਸੇ ਹੋਇਆ ਕਿਸੇ ਕਾਰਨ ਕਰਕੇ ਤਾਂ ਇਸ ਤਰ੍ਹਾਂ ਕਹਿਣ ਲੱਗੇ ਆਪਣੇ ਸ਼ਹਿਜ਼ਾਦੇ ਨੂੰ ਦੇਸ਼ ਨਿਕਾਲਾ ਦੇ ਦਿੱਤਾ। ਇਸਕੇ ਸੰਗ ਨ ਮਿਲ ਹੈ ਔਰ। ਪੱਤਰਕਾਰ ਲਿਖ ਦਿੱਤੀ ਹੈ ਕਿ ਮੇਰੇ ਸ਼ਹਿਜ਼ਾਦੇ ਦੇ ਨਾਲ ਕੋਈ ਵੀ ਮਿਲਣਾ ਨਾ ਕਰੇ। ਜੇ ਨੌਕਰ ਮਮ ਲਗੂ ਕੇ ਮਹਾਨ। ਕਹਿਣ ਲੱਗਾ ਜਿਹੜੇ ਮੇਰੇ ਛੋਟੇ ਜਾਂ ਵੱਡੇ ਮਹਾਨ ਸਿਆਣੇ ਨੌਕਰ ਚਾਕਰ ਹਨ ਕੋਨੇ ਦੇ ਇਸੇ ਸਨਮਾਨ। ਉਹ ਕੋਈ ਵੀ ਮੇਰੇ ਸ਼ਹਿਜ਼ਾਦੇ ਨੂੰ ਸਨਮਾਨ ਨਾ ਦੇਵੇ। ਕਿਉਂਕਿ ਸਾਧ ਸੰਗਤ ਜੀ ਬਾਦਸ਼ਾਹ ਦਾ ਸ਼ਹਿਜ਼ਾਦਾ ਹੋਵੇ ਜਾਂ ਬਾਦਸ਼ਾਹ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਹੋਵੇ, ਨੌਕਰ ਚਾਕਰ ਡਰਦੇ ਹੀ ਅੱਗੇ ਹੱਥ ਜੋੜ ਕੇ ਖੜ ਜਾਂਦੇ ਹਨ। ਪਰ ਬਾਦਸ਼ਾਹ ਨੇ ਪੱਤਰਕਾ ਲਿਖੀ ਆ ਵੀ ਜਿੰਨੇ ਵੀ ਵੱਡੇ ਛੋਟੇ ਨੌਕਰ ਚਾਕਰ ਹਨ, ਮੇਰਾ ਹੁਕਮ ਹੈ ਵੀ ਕੋਈ ਵੀ ਇਹਨੂੰ ਸਤਿਕਾਰ ਸਨਮਾਨ ਨਾ ਦੇਣਾ ਕਰੇ। ਗ੍ਰਾਮ ਨਗਰ ਪ੍ਰਵੇਸ਼ ਨਾ ਹੋਏ। ਕਿਸੇ ਵੀ ਵੱਡੇ ਪਿੰਡ ਜਾਂ ਸ਼ਹਿਰ ਦੇ ਵਿੱਚ ਇਹ ਪ੍ਰਵੇਸ਼ ਨਾ ਕਰ ਸਕੇ। ਕੋਈ ਵੀ ਇਹਦਾ ਉਤਾਰਾ ਜਿਹੜਾ ਨਾ ਕਰਵਾਇਆ ਜਾਵੇ। ਦੇਸ਼ ਤਿਆਗ ਕਰ ਗਮਨੈ ਸੋਏ। ਮੇਰਾ ਹੁਕਮ ਹੈ ਵੀ ਇਹ ਦੇਸ਼ ਨੂੰ ਛੱਡ ਕੇ ਕਿਤੇ ਹੋਰ ਲਾਂਭੇ ਚਲਿਆ ਜਾਵੇ। ਇਮ ਸਭ ਕੋ ਲਿਖ ਦਿਓ ਨਿਕਾਸ। ਜਿੱਥੇ ਜਿੱਥੇ ਵੀ ਸਾਧ ਸੰਗਤ ਜੀ ਹਿੰਦੁਸਤਾਨ ਦੇ ਬਾਦਸ਼ਾਹ ਜਹਾਂਗੀਰ ਦਾ ਰਾਜ ਹੈ, ਹੁਕਮ ਚੱਲਦਾ, ਜਿੱਥੇ ਜਿੱਥੇ ਵੀ ਸੂਬੇ ਹਨ ਹੁਕਮ ਜਾਰੀ ਕਰਕੇ ਸਾਰਿਆਂ ਨੂੰ ਭੇਜਿਆ ਗਿਆ ਹੈ। ਸੋ ਤਜ ਦਿੱਲੀ ਪੂਰੀ ਆਵਾਸ। ਸੋ ਕਹਿਣ ਲੱਗੇ ਇਸ ਤਰ੍ਹਾਂ ਸਾਧ ਸੰਗਤ ਜੀ ਜੋ ਰਾਜਧਾਨੀ ਦਿੱਲੀਪੁਰੀ ਹੈ, ਜੋ ਬਾਦਸ਼ਾਹ ਦਾ ਘਰ ਹੈ, ਕਹਿੰਦੇ ਇਸ ਤਰ੍ਹਾਂ ਸ਼ਹਿਜ਼ਾਦੇ ਨੇ ਉਹ ਛੱਡ ਦਿੱਤਾ ਹੈ। ਤੇ ਇਸ ਤਰ੍ਹਾਂ ਜਦੋਂ ਹੁਕਮ ਜਾਰੀ ਹੋਇਆ ਤੇ ਸ਼ਹਿਜ਼ਾਦਾ ਆਪਣੇ ਮਹਿਲਾਂ ਦੇ ਵਿੱਚੋਂ ਨਿਕਲ ਤੁਰਿਆ ਹੈ। ਕੁਛ ਨਰ ਸੰਗ ਨਿਕਸ ਕਰ ਆਇਓ। ਕੁਝ ਕੁ ਜਿਹੜੇ ਇਸ ਦੇ ਮਨੁੱਖ ਹਨ ਉਹ ਸ਼ਹਿਜ਼ਾਦੇ ਖੁਸਰੋ ਦੇ ਨਾਲ ਨਿਕਲ ਕਰਕੇ ਆਏ ਹਨ। ਸਨੇ ਸਨੇ ਬੋ ਮਗ ਉਗਲ ਉਂਗਲਾਇਓ। ਸਨੇ ਸਨੇ ਹੌਲੀ ਹੌਲੀ ਚੱਲਦਿਆਂ ਰਸਤੇ ਦੇ ਵਿੱਚ ਸਫ਼ਰ ਕਰਦਿਆਂ ਹੋਇਆ ਮਾਝੇ ਦੇਸ਼ ਪ੍ਰਵੇਸ਼ਿਓ ਆਏ। ਕਹਿਣ ਲੱਗੇ ਇਸ ਤਰ੍ਹਾਂ ਦਿੱਲੀ ਤੋਂ ਚੱਲਦਾ ਹੋਇਆ ਆਪਣੇ ਆਦਮੀਆਂ ਦੇ ਸਮੇਤ ਮਾਝੇ ਦੇ ਵਿੱਚ ਭਾਵ ਜਿੱਥੇ ਤਰਨ ਤਾਰਨ ਸਾਹਿਬ ਜੀ ਦਾ ਇਲਾਕਾ ਹੈ, ਹਰੀਕੇ ਦਾ ਪੱਤਣ ਲੰਘ ਕਰਕੇ ਅੱਗੇ ਮਾਝੇ ਦੇ ਵਿੱਚ ਦਾਖਲ ਹੋ ਗਿਆ ਹੈ। ਦਿਸ਼ ਪਸ਼ਚਮ ਚਿਤ ਬਾਂਛਤ ਜਾਏ। ਇਹਦੇ ਮਨ ਦੀ ਇੱਛਾ ਹੈ ਕਿ ਮੈਂ ਭੱਜ ਕਰਕੇ ਪੱਛਮ ਦੀ ਦਿਸ਼ਾ ਵੱਲ ਨੂੰ ਜਿਹੜਾ ਚਲੇ ਜਾਵਾਂ। ਗੁਰੂ ਤਰਨ ਤਾਰਨਪੁਰ ਡੇਰਾ। ਕਹਿਣ ਲੱਗੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਸ਼੍ਰੀ ਤਰਨ ਤਾਰਨ ਸਾਹਿਬ ਜੀ ਵਿਖੇ ਆਪਣਾ ਡੇਰਾ ਕੀਤਾ। ਇਸ ਪਾਵਨ ਸਥਾਨ ਤੇ ਮਹਾਰਾਜ ਜੀ ਸਿੱਖ ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ਿਸ਼ ਕਰ ਰਹੇ ਹਨ। ਕੀਤ ਤਿਨ ਤੇ ਕੀਨ ਬਸੇਰਾ। ਕੁਝ ਕੁ ਦਿਨਾਂ ਤੋਂ ਸਤਿਗੁਰੂ ਜੀ ਇੱਥੇ ਹੀ ਰਹਿ ਕਰਕੇ ਜੋ ਵੀ ਸਿੱਖ ਸੰਗਤਾਂ ਹਨ
ਉਹਨਾਂ ਦੇ ਵਿੱਚ ਵਿਚਰ ਰਹੇ ਨੇ। ਦਰਸ਼ਨ ਦਿਦਾਰੇ ਮਹਾਰਾਜ ਜੀ ਕਰ ਰਹੇ ਨੇ। ਤਰਨਤਾਰਨ ਸਾਹਿਬ ਜੀ ਦੀ ਪਾਵਨ ਧਰਤੀ ਤੇ ਮਹਾਰਾਜ ਜੀ ਸੁਭਾਏਮਾਨ ਹਨ। ਜਬ ਸਹਿਜਾਦਾ ਤੈਂ ਚਲ ਆਇਓ, ਜਦੋਂ ਸਹਿਜਾਦਾ ਖੁਸਰੋ ਚੱਲਦਾ ਹੋਇਆ ਤਰਨਤਾਰਨ ਸਾਹਿਬ ਵਿਖੇ ਪਹੁੰਚਿਆ ਹੈ। ਇਹਾਂ ਗੁਰੂ ਤੈਂ ਕਿਸੇ ਸੁਨਾਇਓ, ਕਿਸੇ ਮਨੁੱਖ ਨੇ ਸ਼ਹਿਜ਼ਾਦੇ ਨੂੰ ਦੱਸਿਆ ਹੈ ਵੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਵੀ ਇੱਥੇ ਹੀ ਆਪਣਾ ਡੇਰਾ ਕਰਕੇ ਰਹਿ ਰਹੇ ਹਨ। ਮਿਲੋ ਇਨੇ ਦਰਸ਼ਨ ਕਰ ਆਚੇ, ਤੁਹਾਡਾ ਆਉਣ ਦਾ ਜਿਹੜਾ ਇਹ ਸਮਾਂ ਬਣਿਆ ਹੈ, ਇਸ ਕਰਕੇ ਤੁਹਾਨੂੰ ਚਾਹੀਦਾ ਹੈ ਵੀ ਤੁਸੀਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਜ਼ਰੂਰ ਕਰਦੇ ਜਾਓ। ਜਦੋਂ ਕਿਸੇ ਮਨੁੱਖ ਨੇ ਦੇਖੋ ਨੂੰ ਸਤਿਗੁਰੂ ਜੀ ਦੇ ਬਾਰੇ ਇਸ ਤਰ੍ਹਾਂ ਦੱਸਿਆ ਜੀ, ਇੱਕ ਦੋਏ ਦਿਨ ਰਹਿ ਗਮਨੋ ਪਾਛੇ, ਸ਼ਹਿਜ਼ਾਦੇ ਖੁਸਰੋ ਨੇ ਵਿਚਾਰਿਆ ਹੈ ਵੀ 1-2 ਦਿਨ ਦਾ ਸਮਾਂ ਮੈਂ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਰਹਿ ਕਰਕੇ ਬਤੀਤ ਕਰਾਂਗਾ, ਫਿਰ ਬਾਅਦ ਦੇ ਵਿੱਚ ਮੈਂ ਆਪਣੀ ਮੰਜ਼ਿਲ ਵੱਲ ਨੂੰ ਚੱਲ ਜਾਵਾਂਗਾ। ਇਮ ਸਹਿਜਾਦੇ ਹਿਰਦੇ ਵਿਚਾਰਾ, ਇਸ ਤਰ੍ਹਾਂ ਸਹਿਜਾਦੇ ਨੇ ਆਪਣੇ ਹਿਰਦੇ ਦੇ ਵਿੱਚ ਸਾਧ ਸੰਗਤ ਦੀ ਵਿਚਾਰ ਕੀਤੀ ਹੈ। ਉਤਰ ਪਰਿਓ ਡੇਰੋ ਨਿਰਤਾਰਾ, ਇਸ ਤਰ੍ਹਾਂ ਸ਼ਹਿਜ਼ਾਦਾ ਉਤਰ ਗਿਆ ਹੈ, ਆਪਣਾ ਡੇਰਾ ਕਰਨਾ ਚਾਹੁੰਦਾ ਵੀ ਮੈਂ ਸਤਿਗੁਰੂ ਜੀ ਦੇ ਦਰਸ਼ਨ ਦਿਦਾਰੇ ਕਰਕੇ ਫਿਰ ਅੱਗੇ ਜਾਵਾਂਗਾ। ਤਿਸ ਨਿਸਮੈ ਕਰ ਕੈ ਬਿਸਰਾਮੋ, ਕਹਿਣ ਲੱਗੇ ਇਸ ਨੇ ਉਹ ਭਾਵ ਵੀ ਜਦੋਂ ਸਫ਼ਰ ਦੇ ਵਿੱਚੋਂ ਥੱਕਿਆ ਹੋਇਆ ਉਤਰ ਕਰਕੇ ਆਪਣਾ ਡੇਰਾ ਕੀਤਾ, ਰਾਤ ਦੇ ਸਮੇਂ ਆਪਣੇ ਡੇਰੇ ਦੇ ਵਿੱਚ ਰਹਿ ਕਰਕੇ ਵਿਸ਼ਰਾਮ ਕੀਤਾ, ਸੌਣਾ ਕੀਤਾ ਹੈ। ਭਈ ਪ੍ਰਾਤ ਸੁਨ ਸਤਿਗੁਰ ਨਾਮੋ, ਜਦੋਂ ਸਵੇਰ ਦਾ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ ਹੈ, ਫਿਰ ਸਤਿਗੁਰੂ ਜੀ ਨੂੰ ਯਾਦ ਕੀਤਾ ਹੈ। ਮਿਲਿਓ ਆਨ ਕਰ ਬੰਦੇ ਹਾਥਾ, ਕਹਿਣ ਲੱਗੇ ਹਿੰਦੁਸਤਾਨ ਦੇ ਬਾਦਸ਼ਾਹ ਜਹਾਂਗੀਰ ਦਾ ਸਹਿਜ਼ਾਦਾ ਖੁਸਰੋ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਰਨ ਵਿੱਚ ਚੱਲ ਕੇ ਆਇਆ, ਦੋਵੇਂ ਹੱਥ ਜੋੜ ਕਰਕੇ ਮਹਾਰਾਜ ਜੀ ਨੂੰ ਮਿਲਿਆ ਹੈ। ਲਖ ਮਹਿਮਾ ਨਮਰੀ ਕਰ ਮਾਥਾ, ਸਤਿਗੁਰੂ ਜੀ ਦੀ ਵਹਿਮਾ ਜਾਣ ਕਰਕੇ, ਗੁਰੂ ਕਾ ਪ੍ਰਤਾਪ ਜਾਣ ਕਰਕੇ ਇਹਨੇ ਬੜੀ ਨਿਮਰਤਾ ਦੇ ਨਾਲ ਮਹਾਰਾਜ ਜੀ ਨੂੰ ਮੱਥਾ ਟੇਕਿਆ ਹੈ। ਬੂਝਿਓ ਸਗਰੂ ਤਾਈ ਬਿਰਤਾਂਤ, ਸਤਿਗੁਰੂ ਮਹਾਰਾਜ ਜੀ ਨੇ ਸਾਰਾ ਬਿਰਤਾਂਤ ਵਾਰਤਾ ਆਉਣ ਦਾ ਕਾਰਨ ਸ਼ਹਿਜ਼ਾਦੇ ਤੋਂ ਪੁੱਛਿਆ ਹੈ। ਭਨਿਓ ਤਾਈ ਬੀਤਾ ਜਿਸ ਭਾਂਤ, ਸ਼ਹਿਜ਼ਾਦੇ ਨੇ ਜਿਸ ਤਰ੍ਹਾਂ ਸਾਰ ਸੰਗਤ ਜੀ ਇਹਦੇ ਨਾਲ ਬੀਤੀ ਹੈ, ਜੋ ਇਹਦੀ ਹਾਲਤ ਹੋਈ ਹੈ, ਉਹ ਸਾਰੀ ਸ਼ਹਿਜ਼ਾਦੇ ਨੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਦੱਸੀ ਹੈ। ਸ਼ਾਹ ਰੋਸ ਬੋ ਮੋ ਪਰ ਕੀਨੋ, ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਮੇਰੇ ਪਿਤਾ ਬਾਦਸ਼ਾਹ ਜਹਾਂਗੀਰ ਨੇ ਮੇਰੇ ਤੇ ਬਹੁਤ ਗੁੱਸਾ ਧਾਰਨ ਕੀਤਾ ਹੈ। ਦੇਸ਼ ਨਿਕਾਰਾ ਕਹਿ ਕਰ ਦੀਨੋ, ਇੰਨਾ ਜ਼ਿਆਦਾ ਗੁੱਸਾ ਮੇਰੇ ਤੇ ਕੀਤਾ ਵੀ ਮੈਨੂੰ ਦੇਸ਼ ਨਿਕਾਲੇ ਦਾ ਹੁਕਮ ਦੇ ਦਿੱਤਾ ਗਿਆ ਹੈ। ਪਸ਼ਚਮ ਦਿਸ਼ ਕੋ ਮੈਂ ਚੱਲ ਜਾਵਾਂ, ਹੁਣ ਮਹਾਰਾਜ ਮੈਂ ਪੱਛਮ ਦੀ ਦਿਸ਼ਾ ਵੱਲ ਨੂੰ ਚੱਲ ਕਰਕੇ ਜਾਣਾ ਚਾਹੁੰਦਾ ਹਾਂ। ਸ਼੍ਰੀ ਗੁਰੂ ਜੀ ਤਿਤ ਬੈਸ ਬਿਤਾਵੋ, ਮਹਾਰਾਜ ਮੇਰੀ ਜਿੰਨੀ ਵੀ ਯਾਰ ਵਾਲਾ ਉਮਰ ਬਾਕੀ ਬਚੇਗੀ, ਮੈਂ ਪੱਛਮ ਦੀ ਦਿਸ਼ਾ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਆਪਣੀ ਜ਼ਿੰਦਗੀ ਦਾ ਸਮਾਂ ਬਤੀਤ ਕਰਾਂਗਾ। ਭਨਤ ਬਿਨੈ ਅਧਿਕਾਈ ਅਧੀਨ, ਸਾਧ ਸੰਗਤ ਜੀ ਬਹੁਤਾ ਦੀਨ ਹੋ ਕਰਕੇ ਨਾ ਧੀਰਜ ਤੋਂ ਰਹਿਤ ਹੱਥ ਜੋੜ ਕਰਕੇ, ਕਿਉਂਕਿ ਸਤਿਗੁਰੂ ਜੀ ਬਾਣੀ ਦੇ ਵਿੱਚ ਮਹਾਰਾਜ ਜੀ ਬਚਨ ਕਰਦੇ ਹਨ ਕਿ ਸਮਾਂ ਬੜਾ ਸਮਰੱਥ ਹੈ, ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਹੋ ਕਰਾਏ ਦਾ, ਦਰ ਮੰਗਨ ਭੇਖ ਨਾ ਪਾਏ ਦਾ। ਜੇ ਮਹਾਰਾਜ ਜੀ ਦੀ ਨਜ਼ਰ ਘੁੰਮ ਜਾਵੇ, ਵੱਡੇ ਵੱਡੇ ਬਾਦਸ਼ਾਹ ਘਾਹ ਖਾਣ ਵਾਸਤੇ ਮਜਬੂਰ ਹੋ ਜਾਂਦੇ ਹਨ, ਤਖਤੇ ਪਲਟ ਜਾਂਦੇ ਨੇ। ਬਾਦਸ਼ਾਹ ਦਾ ਜਿਹੜਾ ਸ਼ਹਿਜ਼ਾਦਾ ਹੈ ਉਹ ਮਹਾਰਾਜ ਜੀ ਦੇ ਅੱਗੇ ਆਪਣਾ ਦੁੱਖ ਸੁਣਾ ਰਿਹਾ ਹੱਥ ਜੋੜ ਕਰਕੇ ਵੀ ਸੱਚੇ ਪਾਤਸ਼ਾਹ ਬੜਾ ਧੀਰਜ ਤੋਂ ਰਹਿਤ ਹੈ, ਦੀਨ ਹੋ ਕਰਕੇ ਬੋਲ ਰਿਹਾ ਹੈ। ਆਪਣੋ ਕਸ਼ਟ ਨਿਵੇਦਨ ਕੀਨ, ਇਸ ਤਰ੍ਹਾਂ ਸ਼ਹਿਜ਼ਾਦੇ ਖੁਸਰੋ ਨੇ ਮਹਾਰਾਜ ਜੀ ਦੇ ਸਨਮੁਖ ਆਪਣਾ ਦੁੱਖ ਪ੍ਰਗਟ ਕੀਤਾ, ਆਪਣਾ ਦੁੱਖ ਦੱਸਿਆ ਹੈ। ਖਰਚ ਗਿਓ ਥੁਰ ਪਾਸ ਨ ਪੈਸਾ, ਕਹਿੰਦਾ ਮਹਾਰਾਜ ਮੇਰੀ ਐਸੀ ਹਾਲਤ ਹੋ ਗਈ ਆ ਵੀ ਮੇਰੇ ਪਾਸ ਖਰਚਾ ਕਰਨ ਦੇ ਵਾਸਤੇ 1 ਰੁਪਈਆ ਵੀ ਨਹੀਂ ਰਿਹਾ।
ਸਾਰੀ ਜਿਹੜੀ ਮਾਇਆ ਛੁੱਟ ਚੁੱਕੀ ਹੈ। ਦਿਨ ਪ੍ਰਤ ਛੁਦਤ ਰੰਗ ਵੈ ਜੈਸਾ। ਦਿਨ ਪ੍ਰਤ ਕਰਕੇ ਮਹਾਰਾਜ ਮੈਂ ਭੁੱਖ ਦੇ ਸਹਿਤ ਬਤੀਤ ਕਰ ਰਿਹਾ ਹਾਂ, ਰੰਗ ਕੰਗਾਲਾਂ ਵਰਗੀ ਮੇਰੀ ਹਾਲਤ ਬਣੀ ਹੈ। ਨੀਠ ਨੀਠ ਤੇ ਖਰਚ ਚਲਾਵੋ। ਨੀਠ ਨੀਠ ਭਾਪੀ ਹੌਲੀ ਹੌਲੀ ਮਹਾਰਾਜ ਮੈਂ ਆਪਣਾ ਮਸਾਂ ਹੀ ਗੁਜ਼ਾਰਾ ਕਰ ਰਿਹਾ ਹਾਂ। ਵੇਚ ਵਿਭੂਖਨ ਨਰਨ ਖੁਲਾਵੋ। ਤੇ ਵਿਭੂਖਨ ਕਹਿੰਦੇ ਵੀ ਗਹਿਣੇ ਵੇਚ ਕਰਕੇ ਮੈਂ ਜਿਹੜੇ ਮੇਰੇ ਸੰਗੀ ਸਾਥੀ ਹਨ ਇਹਨਾਂ ਦਾ ਪੇਟ ਭਰ ਰਿਹਾ ਹਾਂ, ਇਹਨਾਂ ਨੂੰ ਨਾਲ ਲਈ ਫਿਰਦਾ ਹਾਂ। ਅਪਰ ਪਾਤਸ਼ਾਹਿਤ ਮੈਂ ਜਾਵਾਂ। ਹੁਣ ਇਸ ਤਰ੍ਹਾਂ ਕਰਾਂਗਾ ਕਿਉਂਕਿ ਮੇਰੇ ਪਿਤਾ ਦਾ ਜੋ ਹੁਕਮ ਹੈ ਵੀ ਮੈਂ ਦੇਸ਼ ਤੋਂ ਬਾਹਰ ਚਲਿਆ ਜਾਵਾਂ, ਹੁਣ ਮੈਂ ਕਿਸੇ ਹੋਰ ਦੇਸ਼ ਦੇ ਵਿੱਚ ਜਾ ਕਰਕੇ ਮਾਫਕ ਗੁਜ਼ਰ ਤਹਾਂ ਧਨ ਪਾਵਾਂ। ਗੁਜ਼ਾਰੇ ਮੁਆਫਕ ਵੀ ਜਿੰਨੀ ਕੁ ਵੀ ਲੋੜ ਆ ਵੀ ਗੁਜ਼ਾਰਾ ਜਿਹਾ ਚੱਲਦਾ ਰਵੇ, ਇੰਨਾ ਕੁ ਧਨ ਮੈਂ ਉੱਥੇ ਜਾ ਕੇ ਪ੍ਰਾਪਤ ਕਰਾਂਗਾ। ਇਤਿਆਦਿਕ ਜਬ ਬਿਨੇ ਬਖਾਨੀ। ਇਤਿਆਦਿਕ ਸਾਧ ਸੰਗਤ ਜੀ ਜਦੋਂ ਖੁਸਰੋ ਨੇ ਮਹਾਰਾਜ ਜੀ ਦੇ ਸਨਮੁਖ ਬੇਨਤੀਆਂ ਕੀਤੀਆਂ ਹਨ। ਸੁਨ ਸ਼੍ਰੀ ਅਰਜਨ ਕਰੁਣਾ ਠਾਨੀ। ਕਿਰਪਾ ਦੇ ਖਜ਼ਾਨੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਕਿਰਪਾ ਦੇ ਘਰ ਦੇ ਵਿੱਚ ਆ ਕਰਕੇ ਨਿਜ ਟਿਗ ਦਿਨ ਕੇ ਤਕ ਸੋ ਰਾਖਿਓ। ਸਤਿਗੁਰੂ ਜੀ ਨੇ ਕਿਰਪਾ ਦੇ ਘਰ ਦੇ ਵਿੱਚ ਆਉਂਦਿਆਂ ਇਹਦਾ ਦੁੱਖ ਸੁਣ ਕੇ ਕੁਝ ਕੁ ਦਿਨ ਆਪਣੇ ਕੋਲ ਰੱਖਿਆ ਹੈ। ਦੀਤ ਅਸਨਿਤ ਧਨ ਜੋ ਕਾਂਖਿਓ। ਜੋ ਸਾਧ ਸੰਗਤ ਜੀ ਧਨ ਦੇ ਲਈ ਵਾਹਿਗੁਰੂ ਜੋ ਭੋਜਨ ਛਕਣ ਦੇ ਲਈ ਧਨ ਚਾਹੀਦਾ ਸੀ, ਜੋ ਇਸ ਦੀ ਇੱਛਾ ਸੀ ਮਹਾਰਾਜ ਜੀ ਨੇ ਉਹ ਧਨ ਇਸ ਨੂੰ ਦਿੱਤਾ ਹੈ। ਜਬੇ ਚਲਨ ਕੋ ਤਿਨ ਮਨ ਕੀਨਾ। ਜਦੋਂ ਸਹਿਜਾਦੇ ਖੁਸਰੋ ਦਾ ਅੱਗੇ ਨੂੰ ਚੱਲਣ ਦੇ ਲਈ ਮਨ ਬਣਿਆ ਹੈ। ਪੰਜ ਸਹੰਸਰ ਗੁਰੂ ਧਨ ਦੀਨਾ। ਤਾਂ ਚੱਲਣ ਦੇ ਸਮੇਂ ਵੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਕਿੰਨੇ ਦਿਆਲੂ ਹਨ ਕਿ 5000 ਜੋ ਧਨ ਹੈ ਮਾਇਆ ਹੈ ਮਹਾਰਾਜ ਜੀ ਨੇ ਇਹਨੂੰ ਦਿੱਤੀ ਹੈ। ਲੇ ਕਰ ਨਮੋ ਠਾਨ ਸਹਿਜਾਦਾ। ਸਤਿਗੁਰੂ ਜੀ ਤੋਂ ਧਨ ਲੈ ਕਰਕੇ ਮਹਾਰਾਜ ਜੀ ਦੇ ਚਰਨਾਂ ਦੇ ਨੇ ਆਪਣਾ ਜਿਹੜਾ ਸੀਸ ਰੱਖਿਆ ਹੈ। ਗਮਨਿਓ ਪਸ਼ਚਮ ਦਿਸ਼ ਐਲਾਦਾ। ਬੜੀ ਖੁਸ਼ੀ ਦੇ ਨਾਲ ਫਿਰ ਸਾਧ ਸੰਗਤ ਜੀ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰਦਾ ਹੋਇਆ ਸ਼ਹਿਜ਼ਾਦਾ ਜਿਹੜਾ ਖੁਸਰੋ ਹੈ ਉਹ ਪੱਛਮ ਦੀ ਦਿਸ਼ਾ ਵੱਲ ਨੂੰ ਵਧਿਆ ਹੈ। ਜਿਸ ਦਿਨ ਲੇ ਤਿਨ ਕੀਨ ਪਿਆਨਾ। ਕਹਿਣ ਲੱਗੇ ਜਿਸ ਦਿਨ ਸਹਿਜਾਦੇ ਖੁਸਰੋ ਨੇ ਮਹਾਰਾਜ ਜੀ ਤੋਂ 5000 ਰੁਪਈਆ ਲੈ ਕਰਕੇ ਅੱਗੇ ਚੱਲਣਾ ਕੀਤਾ ਹੈ। ਨਰ ਚੰਦੂ ਕੋ ਇਕ ਤਿਸ ਥਾਨਾ। ਕਹਿਣ ਲੱਗੇ ਸਾਧ ਸੰਗਤ ਜੀ ਚੰਦੂ ਦਾ ਇੱਕ ਮਨੁੱਖ ਮਹਾਰਾਜ ਸਾਹਿਬ ਜੀ ਦੀ ਸੰਗਤਾਂ ਦੇ ਵਿੱਚ ਰਲ ਕੇ ਰਹਿ ਰਿਹਾ ਹੈ। ਸਕਲ ਬਾਰਤਾ ਸੁਨ ਕਰ ਗਇਓ। ਜਦੋਂ ਨੇ ਸਾਰੀ ਗੱਲਬਾਤ ਸੁਣੀ ਹੈ ਦੇਖਿਆ ਕਿ ਬਾਦਸ਼ਾਹ ਸ਼ਾਹਜਹਾਂ ਵਾਹਿਗੁਰੂ ਬਾਦਸ਼ਾਹ ਜਹਾਂਗੀਰ ਦਾ ਜਿਹੜਾ ਸ਼ਹਿਜ਼ਾਦਾ ਖੁਸਰੋ ਹੈ ਜਿਹਨੇ ਬਗਾਵਤ ਕੀਤੀ ਹੈ ਆਕੀ ਹੋ ਕਰਕੇ ਭੱਜ ਰਿਹਾ ਹੈ, ਉਹਨੂੰ ਮਹਾਰਾਜ ਜੀ ਨੇ ਆਪਣੇ ਕੋਲ ਰੱਖਿਆ ਹੈ, ਬੜਾ ਮਾਣ ਸਨਮਾਨ ਕੀਤਾ ਤੇ ਫਿਰ 5000 ਰੁਪਈਆ ਮਹਾਰਾਜ ਜੀ ਨੇ ਦਿੱਤਾ। ਤਾਂ ਸਾਧ ਸੰਗਤ ਜੀ ਜਿਹੜਾ ਚੰਦੂ ਦਾ ਬੰਦਾ ਸੀ ਉਹ ਸਾਰੀ ਗੱਲਬਾਤ ਨੂੰ ਇਸ ਤਰ੍ਹਾਂ ਸੁਣ ਕਰਕੇ ਕਹਿੰਦੇ ਬੜੀ ਛੇਤੀ ਦੇ ਨਾਲ ਚੰਦੂ ਦੇ ਵੱਲ ਨੂੰ ਵਧਿਆ ਹੈ। ਚੰਦੂ ਨਿਕਟ ਸੁਨਾਵਤ ਭਇਓ। ਉਹ ਚੰਦੂ ਦੇ ਕੋਲ ਜਾ ਕਰਕੇ ਉਹਨੇ ਸਾਰੀ ਜਿਹੜੀ ਗੱਲਬਾਤ ਹੈ ਨਾ ਇਸ ਤਰ੍ਹਾਂ ਚੰਦੂ ਨੂੰ ਦੱਸੀ ਹੈ। ਕਰੇ ਸ਼ਤੁਰਤਾ ਗੁਰ ਕੇ ਸਾਥ। ਕਹਿਣ ਲੱਗੇ ਵੀ ਦੇਖੋ ਸਤਿਗੁਰੂ ਮਹਾਰਾਜ ਜੀ ਨੇ ਵੀ ਬਾਦਸ਼ਾਹ ਦਾ ਜਿਹੜਾ ਮਿੱਤਰ ਹੈ ਵਾਹਿਗੁਰੂ ਬਾਦਸ਼ਾਹ ਦਾ ਜੋ ਦੁਸ਼ਮਣ ਹੈ ਜੋ ਸ਼ਹਿਜ਼ਾਦਾ ਹੈ ਆਕੀ ਹੋ ਕੇ ਭੱਜਿਆ ਹੈ, ਮਹਾਰਾਜ ਜੀ ਨੇ ਉਹਦਾ ਸਾਥ ਦਿੱਤਾ ਹੈ। ਕਿਉਂਕਿ ਸਾਧ ਸੰਗਤ ਜੀ ਚੰਦੂ ਦੇ ਸਮੇਤ ਇਸ ਦੇ ਜਿੰਨੇ ਵੀ ਮਨੁੱਖ ਸਨ ਉਹ ਸਾਰੇ ਹੀ ਇਸੇ ਹੀ ਮੌਕੇ ਦੀ ਭਾਲ ਦੇ ਵਿੱਚ ਸਨ ਵੀ ਸਤਿਗੁਰੂ ਮਹਾਰਾਜ ਜੀ ਦੇ ਖਿਲਾਫ ਕਦੋਂ ਕੋਈ ਸਮਾਂ ਬਣੇ ਤਾਂ ਅਸੀਂ ਬਾਦਸ਼ਾਹ ਦੇ ਕੰਨ ਭਰੀਏ, ਸਾਨੂੰ ਮੌਕਾ ਮਿਲੇ। ਇਸ ਤਰ੍ਹਾਂ ਜਿਹੜੇ ਲੋਕ ਹੁੰਦੇ ਹਨ ਉਪਦਰਵ ਕਰਨ ਵਾਲੇ ਜਾਂ ਵੈਰ ਵਿਰੋਧ ਕਰਨ ਵਾਲੇ, ਉਹ ਜਦੋਂ ਸਾਧ ਸੰਗਤ ਜੀ ਸਮਾਂ ਮਿਲਦਾ ਹੈ ਆਪਣੀ ਰਾਜਸੀ ਤਾਕਤ ਨੂੰ ਵਰਤਦੇ ਹਨ। ਫਿਰ ਜਿੱਥੋਂ ਤੱਕ ਵੀ ਹੋ ਸਕੇ ਯੋਗ ਅਯੋਗ ਕੰਮ ਕਰਨ ਤੇ ਉਤਰ ਆਉਂਦੇ ਹਨ। ਇਸੇ ਤਰ੍ਹਾਂ ਜਦੋਂ ਚੰਦੂ ਦੇ ਜਾ ਕਰਕੇ ਮਨੁੱਖ ਨੇ ਸਾਰੀ ਗੱਲ ਇਸ ਨੂੰ ਦੱਸੀ ਹੈ ਤਾਂ ਕਹਿਣ ਲੱਗੇ ਇਸ ਪ੍ਰਕਾਰ
ਜਰ ਬਰ ਪਇਓ ਮਲਤ ਜੁਗ ਹਾਥ। ਕਹਿੰਦੇ ਬਹੁਤ ਜ਼ਿਆਦਾ ਚੰਦੂ ਸੜ ਬਲ ਗਿਆ, ਆਪਣੇ ਹੱਥਾਂ ਨੂੰ ਮਲਦਾ ਹੈ। ਕਹੋ ਸ਼ਾ ਟਿਗ ਛਿਦਰ ਸੁ ਪਾਇਓ। ਕਹਿਣ ਲੱਗੇ ਵੀ ਇਹ ਤਾਂ ਬਹੁਤ ਚੰਗੀ ਗੱਲ ਹੋਈ ਆ ਵੀ ਸਾਡਾ ਜੋ ਦੁਸ਼ਮਣ ਹੈ ਧੰਨ ਗੁਰੂ ਅਰਜਨ ਸਾਹਿਬ, ਉਹਨੇ ਬਾਦਸ਼ਾਹ ਦਾ ਜੋ ਆਕੀ, ਬਾਦਸ਼ਾਹ ਦਾ ਜੋ ਦੁਸ਼ਮਣ ਉਹਦਾ ਸਹਿਜਾਦਾ ਹੈ, ਉਹਦਾ ਸਾਥ ਦਿੱਤਾ ਹੈ। ਤਾਂ ਅਸੀਂ ਤਾਂ ਅੱਗੇ ਇਸੇ ਮੌਕੇ ਦੀ ਭਾਲ ਦੇ ਵਿੱਚ ਸੀ, ਅਸੀਂ ਹੁਣ ਬੜੀ ਛੇਤੀ ਦੇ ਨਾਲ ਬਾਦਸ਼ਾਹ ਦੇ ਕੰਨ ਭਰਾਂਗੇ। ਰਿਸੇ ਰਿਦੇ ਹੋਏ ਮੁਰ ਮਨ ਪਾਇਓ। ਤੇ ਜਦੋਂ ਹੀ ਬਾਦਸ਼ਾਹ ਦੇ ਕੰਨਾਂ ਦੇ ਵਿੱਚ ਇਹ ਗੱਲਾਂ ਪੈਣਗੀਆਂ ਵੀ ਮਹਾਰਾਜ ਜਿਸ ਖੁਸਰੋ ਨੂੰ ਤੁਸੀਂ ਦੇਸ਼ ਨਿਕਾਲੇ ਦਾ ਹੁਕਮ ਦਿੱਤਾ ਵੀ ਕੋਈ ਵੀ ਉਹਦਾ ਸਾਥ ਨਾ ਦੇਵੇ, ਕੋਈ ਵੀ ਉਹਦਾ ਸਨਮਾਨ ਨਾ ਕਰੇ, ਪਰ ਗੁਰੂ ਅਰਜਨ ਸਾਹਿਬ ਜੀ ਨੇ ਉਹਦਾ ਬਹੁਤ ਸਨਮਾਨ ਕੀਤਾ ਹੈ, ਤਾਂ ਬਾਦਸ਼ਾਹ ਬਹੁਤਾ ਗੁੱਸੇ ਵਿੱਚ ਆਵੇਗਾ, ਸਤਿਗੁਰੂ ਜੀ ਦੇ ਪ੍ਰਤੀ ਬੜਾ ਕ੍ਰੋਧਵਾਨ ਹੋ ਜਾਵੇਗਾ। ਮੈਂ ਕਰ ਰਿਓ ਉਪਾਉ ਕਨੇਰਾ। ਚੰਦੂ ਕਹਿੰਦਾ ਮੈਂ ਬੜੇ ਲੰਮੇ ਸਮੇਂ ਤੋਂ ਬੜੇ ਉਪਾਅ ਯਤਨ ਕਰ ਰਿਹਾ ਸੀ, ਨਹੀਂ ਵਿਕਾਰ ਸਕਿਓ ਗੁਰ ਕੇਰਾ। ਪਰ ਮੈਂ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦਾ ਇੱਕ ਰੋਮ ਵੀ ਕੱਟ ਨਹੀਂ ਸਕਿਆ, ਰੋਮ ਵੀ ਉਹਨਾਂ ਦਾ ਵਿੰਗਾ ਨਹੀਂ ਕਰ ਸਕਿਆ। ਸੋ ਫਕੀਰ ਮੈਂ ਸ਼ਾਹ ਦੀਵਾਨ। ਜਿਵੇਂ ਸਾਧ ਸੰਗਤ ਜੀ ਜਦੋਂ ਇਹਨੇ ਆਪਣੀ ਧੀ ਦਾ ਰਿਸ਼ਤਾ ਭੇਜਿਆ ਸੀ ਉਦੋਂ ਵੀ ਇਹਨੇ ਇਹੀ ਗੱਲ ਆਖੀ ਸੀ ਨਾ ਵੀ ਚਬਾਰੇ ਦੀ ਇੱਟ ਮੋਰੀ ਨੂੰ ਲਾਏ, ਆਪਣੇ ਆਪ ਨੂੰ ਉੱਚਾ ਆਖਿਆ ਵੀ ਮੈਂ ਹਿੰਦੁਸਤਾਨ ਦੇ ਬਾਦਸ਼ਾਹ ਦਾ ਵਜ਼ੀਰ ਹਾਂ। ਗੁਰੂ ਘਰ ਜਿਹੜਾ ਉਹ ਫਕੀਰਾਂ ਦਾ ਹੈ, ਉੱਥੇ ਲੋਕ ਜਿਹੜੇ ਆਮ ਆਉਂਦੇ ਹਨ, ਤਾਂ ਇੱਥੇ ਵੀ ਇਹੀ ਗੱਲ ਕਹਿ ਰਿਹਾ ਵੀ ਕਿੱਥੇ ਉਹ ਫਕੀਰ ਤੇ ਕਿੱਥੇ ਮੈਂ ਬਾਦਸ਼ਾਹ ਦਾ ਵਜ਼ੀਰ, ਪਰ ਮੈਂ ਏਡੇ ਵੱਡੇ ਬਾਦਸ਼ਾਹ ਦਾ ਵਜ਼ੀਰ ਹੋ ਕਰਕੇ ਵੀ ਸਤਿਗੁਰੂ ਜੀ ਦਾ ਕੁਝ ਵਿਗਾੜ ਨਹੀਂ ਸਕਿਆ। ਅਬ ਲਗ ਸਮ ਕਹਿ ਰਿਓ ਮਹਾਨ। ਕਹਿਣ ਲੱਗੇ ਵੀ ਅੱਜ ਹੁਣ ਤੱਕ ਮਹਾਰਾਜ ਜੀ ਮੇਰੇ ਬਰਾਬਰ ਰਹੇ ਨੇ ਜਾਂ ਫਿਰ ਮੇਰੇ ਤੋਂ ਵੱਡੇ ਰਹੇ ਨੇ, ਯਤਨ ਤਾਂ ਮੈਂ ਬੜਾ ਕੀਤਾ ਵੀ ਮੈਂ ਸਤਿਗੁਰੂ ਜੀ ਦਾ ਨੁਕਸਾਨ ਕਰਾਂ, ਉਹਨਾਂ ਨੂੰ ਸਜ਼ਾ ਦੇਵਾਂ, ਪਰ ਮਹਾਰਾਜ ਜੀ ਮੇਰੇ ਬਰਾਬਰ ਰਹੇ ਨੇ ਜਾਂ ਫਿਰ ਮੇਰੇ ਤੋਂ ਵੱਡੇ ਹਨ। ਸ਼ਤਰੂ ਸਮਸ਼ੈ ਜਿਆਦਾ ਸੋਏ। ਉਹ ਕਹਿਣ ਲੱਗੇ ਵੀ ਸ਼ਤਰੂ ਦੇ ਸਮਾਨ ਵੈਰੀ ਦੇ ਬਰਾਬਰ ਜੋ ਸਹਿਜਾਦਾ ਖੁਸਰੋ ਹੈ। ਇਹ ਤਨ ਦੀਨ ਸਖਾ ਜਿਮ ਹੋਏ। ਸਤਿਗੁਰੂ ਮਹਾਰਾਜ ਜੀ ਨੇ ਇਸ ਤਰ੍ਹਾਂ ਉਹਨੂੰ ਧਨ ਦਿੱਤਾ ਵੀ ਜਿਵੇਂ ਬਹੁਤੇ ਮਹਾਰਾਜ ਜੀ ਦਾ ਪਿਆਰਾ ਹੋਵੇ, ਸਖਾ ਉਸ ਨੂੰ ਆਖਿਆ ਜਾਂਦਾ ਜਿਹਦੇ ਨਾਲ ਬਹੁਤਾ ਪਿਆਰ ਹੋਵੇ। ਕਹਿਣ ਲੱਗੇ ਮਹਾਰਾਜ ਜੀ ਨੇ ਇਸ ਤਰ੍ਹਾਂ ਖੁਸਰੋ ਨੂੰ ਸਮਝ ਕਰਕੇ ਵੀ ਜਿਵੇਂ ਬੜਾ ਪਿਆਰ ਵਾਲਾ ਹੋਵੇ, ਪਰ ਸਤਿਗੁਰੂ ਜੀ ਨੂੰ ਤਾਂ ਸਾਧ ਸੰਗਤ ਜੀ ਸਾਰੇ ਪਿਆਰੇ ਹਨ, ਪਰ ਆਪ ਹੀ ਚੰਦੂ ਕਹਿ ਰਿਹਾ ਵੀ ਮਹਾਰਾਜ ਜੀ ਨੇ ਖੁਸਰੋ ਦੇ ਨਾਲ ਇੰਨੀ ਲਿਹਾਜ਼ ਕੀਤੀ, ਇੰਨਾ ਉਹਨੂੰ ਧਨ ਦਿੱਤਾ ਹੈ, ਪਤਾ ਹੈ ਵੀ ਉਹਨੂੰ ਬਾਦਸ਼ਾਹ ਨੇ ਦੇਸ਼ ਨਿਕਾਲਾ ਦਿੱਤਾ ਹੈ। ਨਿਜ ਟਿਗ ਰਾਖਿਓ ਤਰਾਸ ਨ ਮਾਨਾ। ਉਹ ਸਤਿਗੁਰੂ ਜੀ ਨੇ ਖੁਸਰੋ ਨੂੰ ਆਪਣੇ ਪਾਸ ਰੱਖਿਆ ਤੇ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਮੰਨਿਆ ਹੈ। ਰਿਸ਼ੀ ਸ਼ਾਹ ਜਬ ਸੁਨ ਹੈ ਕਾਨਾ। ਜਦੋਂ ਬਾਦਸ਼ਾਹ ਮੇਰੀਆਂ ਗੱਲਾਂ ਨੂੰ ਸੁਣੇਗਾ ਬਹੁਤ ਜ਼ਿਆਦਾ ਗੁੱਸੇ ਵਿੱਚ ਆ ਜਾਵੇਗਾ। ਪ੍ਰਾਤ ਹੋਤ ਗਰ ਜਾਮਾ ਪਾਏ। ਕਹਿਣ ਲੱਗੇ ਸਾਰੀ ਰਾਤ ਪਾਪੀ ਇਸੇ ਤਰ੍ਹਾਂ ਦੀਆਂ ਵਿਚਾਰਾਂ ਨੂੰ ਸੋਚਦਾ ਰਿਹਾ, ਮਨ ਦੇ ਅੰਦਰ ਵਿਚਾਰਾਂ ਚੱਲਦੀਆਂ ਰਹੀਆਂ। ਜਦੋਂ ਸਵੇਰ ਦਾ ਸਮਾਂ ਹੋਇਆ ਬੜੀ ਛੇਤੀ ਦੇ ਨਾਲ ਇਹਨੇ ਗਲ ਦੇ ਵਿੱਚ ਜਾਮਾ ਪਾਇਆ ਹੈ। ਗਇਓ ਮੂੜ ਉਰ ਹਰਖੇ ਉਪਾਏ। ਕਹਿਣ ਲੱਗੇ ਵੀ ਜਿਹੜਾ ਵੱਡਾ ਮੂਰਖ ਹੈ ਬੜੀ ਛੇਤੀ ਦੇ ਨਾਲ ਖੁਸ਼ੀ ਨੂੰ ਧਾਰ ਕਰਕੇ ਵੀ ਮੈਂ ਸਤਿਗੁਰੂ ਜੀ ਦੇ ਖਿਲਾਫ ਚੁਗਲੀ ਕਰਾਂਗਾ, ਕਹਿੰਦੇ ਜਹਾਂਗੀਰ ਦੇ ਕੋਲ ਗਿਆ ਹੈ। ਤਸਲੀਮਾਤ ਸ਼ਾਹ ਸੋਕੀਨ। ਬਾਦਸ਼ਾਹ ਜਹਾਂਗੀਰ ਦੇ ਕੋਲ ਜਾ ਕਰਕੇ ਇਸਨੇ ਨਮਸਕਾਰ ਕੀਤੀ ਹੈ, ਬਾਦਸ਼ਾਹ ਨੂੰ ਸਲਾਮ ਕੀਤੀ ਹੈ। ਚੁਗਲੀ ਉਗਲਨ ਕੋ ਮਤਹੀਨ। ਬੰਦੀ ਮਤ ਵਾਲਾ ਜਿਹੜਾ ਚੰਦੂ ਹੈ ਮਹਾਰਾਜ ਜੀ ਦੇ ਖਿਲਾਫ ਚੁਗਲੀ ਨੂੰ ਉਗਲਣਾ ਚਾਹੁੰਦਾ, ਚੁਗਲੀ ਕਰਨੀ ਚਾਹੁੰਦਾ ਹੈ। ਹੱਥ ਜੋੜ ਕਰ ਬੌਰ ਸੁਨਾਵੇ। ਹੱਥ ਜੋੜ ਕਰਕੇ ਹਿੰਦੁਸਤਾਨ ਦੇ ਬਾਦਸ਼ਾਹ ਜਹਾਂਗੀਰ ਨੂੰ ਆਖਦਾ ਹੈ, ਸੋ ਅਰਜਨ ਜਗ ਗੁਰੂ ਕਹਾਵੇ। ਕਹਿਣ ਲੱਗਾ ਬਾਦਸ਼ਾਹ ਮੇਰੀਆਂ ਗੱਲਾਂ ਨੂੰ ਬੜੇ ਧਿਆਨ ਦੇ ਨਾਲ ਸੁਣਨਾ ਕਰੋ। ਜੋ ਗੁਰੂ ਅਰਜਨ ਸਾਹਿਬ ਜੀ ਸਾਰੇ ਜਗਤ ਸੰਸਾਰ ਦੇ ਗੁਰੂ ਕਹਾਉਂਦੇ ਹਨ। ਕਿਉਂ ਦਿਸ਼ ਤੇ ਤਨ ਜਿਸ ਟਿਗ ਆਵੇ। ਕਹਿਣ ਲੱਗੇ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਚਾਰੇ ਦਿਸ਼ਾਵਾਂ ਤੋਂ ਬੜਾ ਭਾਰੀ ਜਿਹੜਾ ਧਨ ਆ ਰਿਹਾ ਹੈ। ਤੁਮ ਤੇ ਤਰਾਸ ਨ ਕੈਸੇ ਪਾਵੇ। ਤਾਂ ਬਾਦਸ਼ਾਹ ਜੀ ਕਿਸੇ ਵੀ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ਤੁਹਾਡਾ ਡਰ ਨਹੀਂ ਮੰਨਦੇ। ਬੜੀਆਂ ਵੱਡੀਆਂ
ਭਿਟਾਵਾਂ ਧਨ ਉਹਨਾਂ ਦੇ ਪਾਸ ਆਉਂਦਾ ਹੈ, ਬੜਾ ਵੱਡਾ ਉਹਨਾਂ ਦੇ ਪਾਸ ਸੰਗਤਾਂ ਦਾ ਇਕੱਠ ਰਹਿੰਦਾ ਹੈ, ਤਾਂ ਇਹ ਬਾਦਸ਼ਾਹ ਬਿਲਕੁਲ ਵੀ ਤੇਰਾ ਡਰ ਉਹਨਾਂ ਦੇ ਮਨ ਦੇ ਵਿੱਚ ਨਹੀਂ ਹੈ। ਨਿਜ ਪੂਜਾ ਅਰ ਧਨ ਕੋ ਦੇਖ, ਕਹਿਣ ਲੱਗੇ ਆਪਣੀ ਪੂਜਾ ਤੇ ਧਨ ਨੂੰ ਦੇਖ ਕਰਕੇ, ਜਿਸ ਕੇ ਉਰ ਹੰਕਾਰ ਵਿਸ਼ੇਖ, ਕਹਿਣ ਲੱਗੇ ਜਿਸ ਦੇ ਹਿਰਦੇ ਦੇ ਵਿੱਚ ਬਹੁਤਾ ਹੀ ਹੰਕਾਰ ਵੱਧ ਗਿਆ ਹੈ। ਸ਼ਹਿਜ਼ਾਦਾ ਜੋ ਤੁਮੇ ਨਿਕਾਰਿਓ, ਕਹਿਣ ਲੱਗੇ ਜਿਹੜਾ ਬਾਦਸ਼ਾਹ ਤੁਹਾਡਾ ਸ਼ਹਿਜ਼ਾਦਾ ਖੁਸਰੋ ਹੈ, ਜਿਸ ਨੂੰ ਤੁਸੀਂ ਆਪਣੇ ਦੇਸ਼ ਦੇ ਵਿੱਚੋਂ ਦੇਸ਼ ਨਿਕਾਲਾ ਦਿੱਤਾ ਹੈ, ਇਸ ਪ੍ਰਕਾਰ ਨੈ ਕਿਸ ਤਿਸ ਕੋ ਆਦਰ ਧਾਰਿਓ, ਕਿਸੇ ਨੇ ਵੀ ਬਾਦਸ਼ਾਹ ਦੇ ਸ਼ਹਿਜ਼ਾਦੇ ਦਾ ਕੋਈ ਆਦਰ ਸਨਮਾਨ ਨਹੀਂ ਕੀਤਾ। ਤੁਮ ਤੇ ਬੜਾ ਕਿ ਤੁਮ ਸਮਝਾਨ, ਕਹਿਣ ਲੱਗੇ ਵੀ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੂੰ ਜਾਂ ਤਾਂ ਤੁਹਾਡੇ ਤੋਂ ਵੱਡਾ ਜਾਂ ਤੁਹਾਡੇ ਸਮਾਨ ਬਰਾਬਰ ਜਾਣ ਕੇ ਪਹੁੰਚਿਆ ਗੁਰ ਅਰਜਨ ਕੇ ਥਾਨ। ਕਹਿਣ ਲੱਗੇ ਇਸ ਤਰ੍ਹਾਂ ਬਾਦਸ਼ਾਹ ਜੀ ਜੋ ਖੁਸਰੋ ਸੀ ਭੱਜ ਰਿਹਾ ਸੀ, ਉਹ ਮਹਾਰਾਜ ਜੀ ਦੇ ਜਦੋਂ ਕੋਲ ਗਿਆ, ਸਾਦਰ ਤਿਸ ਕੋ ਪਾਸ ਉਤਾਰਾ, ਤਾਂ ਗੁਰੂ ਅਰਜਨ ਸਾਹਿਬ ਜੀ ਨੇ ਤੁਹਾਡੇ ਸਹਿਜਾਦੇ ਖੁਸਰੋ ਨੂੰ ਬੜੇ ਸਤਿਕਾਰ ਦੇ ਨਾਲ ਆਪਣੇ ਪਾਸ ਜਿਹੜਾ ਰੱਖਿਆ, ਸਤਿਕਾਰ ਦੇ ਨਾਲ ਉਹਦੀ ਆਓ ਭਗਤ ਕੀਤੀ। ਹਮ ਰਾਖੇ ਤੁਝ ਧੀਰ ਉਚਾਰਾ, ਮਹਾਰਾਜ ਜੀ ਨੇ ਆਖਿਆ ਵੀ ਅਸੀਂ ਜਿੰਨੇ ਵੀ ਦਿਨ ਤੋਂ ਰਹਿਣਾ ਚਾਹਵੇ, ਤੇਰੇ ਮਨ ਦੀ ਇੱਛਾ ਖੁਸ਼ੀ ਹੈ, ਅਸੀਂ ਆਪਣੇ ਪਾਸ ਤੈਨੂੰ ਰੱਖਦੇ ਹਾਂ। ਧੀਰਜ ਦਿੱਤਾ ਮਹਾਰਾਜ ਜੀ ਨੇ ਇਸ ਤਰ੍ਹਾਂ ਕਹਿ ਕਰਕੇ। ਅਮਰੋ ਕਹਾ ਕਰੇ ਪਤਸ਼ਾਹ, ਤੇ ਨਾਲ ਇਹ ਗੱਲ ਆਖੀ ਬੇਖੌਫ ਹੋ ਕਰਕੇ ਵੀ ਬਾਦਸ਼ਾਹ ਸਾਡਾ ਕੀ ਕਰੇਗਾ। ਇਸ ਪ੍ਰਕਾਰ ਸਾਧ ਸੰਗਤ ਜੀ ਜੋ ਚੰਦੂ ਹੈ ਬਾਦਸ਼ਾਹ ਦੇ ਕੰਨ ਭਰ ਰਿਹਾ ਮਹਾਰਾਜ ਜੀ ਦੇ ਖਿਲਾਫ ਚੁਗਲੀ ਕਰਕੇ। ਨੈ ਰਈਅਤ ਜੇ ਹੁਕਮ ਕਰਾਹੇ, ਕਹਿਣ ਲੱਗੇ ਵੀ ਅਸੀਂ ਬਾਦਸ਼ਾਹ ਜੀ ਦੀ ਪ੍ਰਜਾ ਦੇ ਵਿੱਚ ਥੋੜੀ ਆਉਂਦੇ ਹਾਂ ਵੀ ਜੋ ਬਾਦਸ਼ਾਹ ਸਾਨੂੰ ਕੋਈ ਦੰਡ ਦੇਣਗੇ ਜਾਂ ਸਾਨੂੰ ਸਜ਼ਾ ਦੇਣਗੇ। ਇਸ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਆਕੀ ਜੋ ਖੁਸਰੋ ਆਕੀ ਹੋਇਆ ਸੀ, ਉਹਨੂੰ ਬਾਦਸ਼ਾਹ ਜੀ ਗੁਰੂ ਅਰਜਨ ਸਾਹਿਬ ਜੀ ਨੇ ਧੀਰਜ ਦਿੰਦਿਆਂ ਬਚਨ ਕੀਤੇ ਨੇ। ਏਤਕ ਦਿਵਸ ਨਿਕਟ ਸੋ ਰਾਖਿਓ, ਕੁਝ ਇੱਕ ਦਿਨ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਖੁਸਰੋ ਨੂੰ ਆਪਣੇ ਕੋਲ ਰੱਖਣਾ ਕੀਤਾ। ਸੋਨੇ ਰਿਓ ਚਲਨ ਅਬਿਲਾਖਿਓ, ਕਹਿਣ ਲੱਗੇ ਤੈਂ ਵੀ ਖੁਸਰੋ ਨੇ ਮਹਾਰਾਜ ਜੀ ਦੇ ਕੋਲ ਰਹਿਣਾ ਨਹੀਂ ਕੀਤਾ, ਅੱਗੇ ਚੱਲਣ ਦੀ ਇੱਛਾ ਕੀਤੀ। ਗਮਨਤ ਕੋ ਬੋ ਤਨ ਤੈ ਦੀਨਾ, ਕਹਿੰਦੇ ਜਦੋਂ ਖੁਸਰੋ ਅੱਗੇ ਚੱਲਣ ਲੱਗਾ ਤੇ ਫਿਰ ਵੀ ਮਹਾਰਾਜ ਜੀ ਨੇ ਬਹੁਤਾ ਹੀ ਧਨ ਖੁਸਰੋ ਨੂੰ ਦਿੱਤਾ। ਸਕਲ ਰੀਤ ਤੇ ਮਦਦ ਕੀਨਾ, ਸਾਰੇ ਤਰੀਕਿਆਂ ਦੇ ਨਾਲ ਹੈ ਬਾਦਸ਼ਾਹ ਤੁਹਾਡੇ ਹੁਕਮ ਦੀ ਬੇਅਦੂਲੀ ਕਰਦਿਆਂ ਹੋਇਆ ਮਹਾਰਾਜ ਜੀ ਨੇ ਉਹਦੀ ਮਦਦ ਕੀਤੀ, ਉਹਦਾ ਸਾਥ ਦਿੱਤਾ। ਤੁਮਰੋ ਤਰਾਸ ਪਾਏ ਸੋ ਗਇਓ, ਕਹਿਣ ਲੱਗੇ ਜਿਹੜਾ ਖੁਸਰੋ ਸੀ ਉਹ ਤਾਂ ਤੁਹਾਡੇ ਡਰ ਨੂੰ ਮੰਨਦਾ ਹੋਇਆ ਤੁਹਾਡਾ ਡਰ ਧਾਰਨ ਕਰਕੇ ਅੱਗੇ ਚੱਲਿਆ ਗਿਆ। ਗੁਰ ਅਰਜਨ ਉਰ ਡਰ ਨੈ ਕੀਓ, ਪਰ ਹੈ ਬਾਦਸ਼ਾਹ ਧੰਨ ਗੁਰੂ ਅਰਜਨ ਸਾਹਿਬ ਦੇ ਹਿਰਦੇ ਵਿੱਚ ਤੁਹਾਡਾ ਕੋਈ ਡਰ ਹੈ ਹੀ ਨਹੀਂ। ਵੱਡ ਹੰਕਾਰ ਜਿਨੋ ਕੇ ਮਾਈ, ਕਹਿਣ ਲੱਗੇ ਵੀ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਹਿਰਦੇ ਵਿੱਚ ਬਹੁਤਾ ਹੀ ਹੰਕਾਰ ਵਧਿਆ ਹੈ। ਆਂਖ ਤਰੇ ਕਿਸੇ ਆਨਤ ਨਾਈ, ਉਹ ਆਪਣੇ ਅੱਖਾਂ ਦੇ ਥੱਲੇ ਕਿਸੇ ਨੂੰ ਲੈ ਕੇ ਨਹੀਂ ਆਉਂਦੇ, ਭਾਵ ਵੀ ਆਪਣੇ ਆਪ ਦੇ ਵਿੱਚ ਹੀ ਰਹਿੰਦੇ ਹਨ, ਆਪਣੇ ਆਪ ਨੂੰ ਵੱਡੇ ਮੰਨਦੇ ਨੇ, ਕਿਸੇ ਦੀ ਆਨ ਨਹੀਂ ਮੰਨਦੇ। ਤੁਮ ਟਿਕ ਆਗੇ ਅਰਜ਼ ਉਚਾਰੀ, ਐ ਬਾਦਸ਼ਾਹ ਤੇਰੇ ਸਨਮੁਖ ਮੈਂ ਅਰਜ਼ ਕਰ ਰਿਹਾ, ਬੇਨਤੀ ਕਰ ਰਿਹਾ ਹਾਂ। ਰਾਖੇ ਤਸਕਰ ਸਦਨ ਮਝਾਰੀ, ਕਹਿਣ ਲੱਗੇ ਫਿਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਇਥੋਂ ਤੱਕ ਤੁਹਾਡੇ ਹੁਕਮ ਦੇ ਖਿਲਾਫ ਜਾ ਰਹੇ ਨੇ ਵੀ ਆਪਣੇ ਡੇਰੇ ਦੇ ਵਿੱਚ ਤਸਕਰ ਚੋਰ ਤੇ ਲੁੱਟਾਂ ਖੋਹਾਂ ਕਰਨ ਵਾਲੇ ਰੱਖਦੇ ਹਨ। ਆਪ ਕਹਾਵਤ ਹੈ ਸਭ ਮਾਉ, ਸੋ ਕਹਿਣ ਲੱਗੇ ਇਸ ਪ੍ਰਕਾਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੀ ਆਪ ਕਹਾਵਤ ਹੈ ਸਭ ਮਾਹੂ। ਸੋ ਸਾਰਿਆਂ ਦੇ ਵਿੱਚ ਇਸ ਤਰ੍ਹਾਂ ਕਹਾਉਂਦੇ ਹਨ। ਸਭ ਤੇ ਵੱਡੋ ਸਾਚ ਪਤਸ਼ਾਹੂ, ਕੀ ਕਹਾਉਂਦੇ ਨੇ ਵੀ ਸਾਰਿਆਂ ਤੋਂ ਵੱਡੇ ਸੱਚੇ ਪਾਤਸ਼ਾਹ ਅਹੀਂ ਹਾਂ, ਸਾਡੇ ਤੋਂ ਵੱਡਾ ਹੋਰ ਕੋਈ ਬਾਦਸ਼ਾਹ ਨਹੀਂ ਹੈ। ਤਾਂ ਸਾਧ ਸੰਗਤ ਜੀ ਇਹ ਤਾਂ ਗੱਲ ਹੈ ਤਾਂ ਸੱਚੀ ਕਿ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਆਪਣੇ ਆਪ ਨੂੰ ਨਹੀਂ ਕਹਾਉਂਦੇ, ਪਰ ਸਿੱਖ ਮਹਾਰਾਜ ਜੀ ਨੂੰ ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ। ਸੋ ਰਾਜਿਆਂ ਦੇ ਵੀ ਵੱਡੇ ਰਾਜੇ ਸਮਝਦੇ ਹਨ।
ਪਰ ਚੰਦੂ ਮਹਾਰਾਜ ਜੀ ਦੇ ਪ੍ਰਤੀ ਖੁਟਿਆਈ ਕਰ ਰਿਹਾ ਕਿ ਐ ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਜੀ ਆਪਣੇ ਆਪ ਨੂੰ ਵੱਡਾ ਪਾਤਸ਼ਾਹ ਕਹਾਉਂਦੇ ਨੇ। ਤਾਂ ਸਾਧ ਸੰਗਤ ਜੀ ਵੱਡੇ ਪਾਤਸ਼ਾਹ ਕਹਾਉਣ ਦੇ ਨਾਲ ਕੋਈ ਵੱਡਾ ਬਣ ਨਹੀਂ ਸਕਦਾ, ਪਰ ਮਹਾਰਾਜ ਜੀ ਤਾਂ ਹੈ ਹੀ ਪਾਤਸ਼ਾਹ ਦੇ ਪਾਤਸ਼ਾਹ ਹਨ। ਪਰ ਇਹ ਬਾਦਸ਼ਾਹ ਨੂੰ ਮਹਾਰਾਜ ਜੀ ਦੇ ਖਿਲਾਫ ਭੜਕਾ ਰਿਹਾ ਹੈ। ਨਿਜ ਖਾਤਰ ਮੈਂ ਕਿਸੂ ਨਾ ਲਿਆਵੇਂ। ਕਹਿਣ ਲੱਗੇ ਵੀ ਮਹਾਰਾਜ ਜੀ ਕਿਸੇ ਨੂੰ ਵੀ ਆਪਣੇ ਬਰਾਬਰ ਨਹੀਂ ਸਮਝਦੇ ਹਨ। ਵਰਤੇ ਤਥਾ ਜਥਾ ਮਨ ਭਾਵੇਂ। ਜਿਵੇਂ ਉਹਨਾਂ ਦਾ ਮਨ ਕਰਦਾ ਹੈ ਉਸੇ ਤਰ੍ਹਾਂ ਵਰਤਦੇ ਨੇ, ਕਿਸੇ ਦੀ ਕੋਈ ਕਾਨ ਕਨੌੜ ਨੂੰ ਨਹੀਂ ਮੰਨਦੇ ਹਨ। ਅਪਰ ਸਜਾਏ ਨਹੀਂ ਜੇ ਦੇਵੋ। ਬਾਦਸ਼ਾਹ ਜੀ ਹੁਣ ਸਮੇਂ ਤੇ ਤੁਸੀਂ ਯੋਗ ਸਜ਼ਾ ਉਹਨਾਂ ਨੂੰ ਨਹੀਂ ਦੇਵੋਗੇ। ਟਿਗ ਬੁਲਾਏ ਅਜ਼ਮਤ ਕੋ ਲੇਵੋ। ਤਾਂ ਫਿਰ ਇਸ ਤਰ੍ਹਾਂ ਚਾਹੀਦਾ ਹੈ ਵੀ ਸਤਿਗੁਰੂ ਜੀ ਨੂੰ ਕੋਲ ਬੁਲਾ ਕੇ ਪਾਸ ਬੁਲਾ ਕੇ ਉਹਨਾਂ ਦੀ ਸ਼ਕਤੀ ਦੇਖਣੀ ਚਾਹੀਦੀ ਹੈ। ਕਰਾਮਾਤ ਜੇ ਦਿਖਿਓ ਨਾ ਚਾਹੋ। ਜੇ ਮਹਾਰਾਜ ਤੁਸੀਂ ਪਾਸ ਬੁਲਾ ਕੇ ਉਹਨਾਂ ਦੀ ਕਰਾਮਾਤ ਸ਼ਕਤੀ ਨੂੰ ਵੀ ਨਹੀਂ ਦੇਖਣਾ ਚਾਹੁੰਦੇ ਤੋ ਹਕਾਰੋ ਆਪਣੇ ਪਾਹੋ। ਤੈ ਵੀ ਇਹ ਸਮਾਂ ਬੜਿਆ ਹੈ ਵੀ ਗੁਰੂ ਅਰਜਨ ਸਾਹਿਬ ਜੀ ਨੂੰ ਆਪਣੇ ਪਾਸ ਸੱਦ ਹੀ ਲੈਣਾ ਚਾਹੀਦਾ ਹੈ। ਜੇ ਇਸ ਕ੍ਰਿਤ ਕੋ ਤੁਮ ਮਨ ਜਾਨ। ਸੋ ਕਹਿਣ ਲੱਗੇ ਵੀ ਜੇ ਕਰਕੇ ਤੁਸੀਂ ਮਹਾਰਾਜ ਜੀ ਦੀ ਇਸ ਕ੍ਰਿਤ ਤੋਂ ਅਣਜਾਣ ਰਹੋਗੇ, ਭਾਵ ਵੀ ਮਹਾਰਾਜ ਜੀ ਨੂੰ ਇਸ ਤਰ੍ਹਾਂ ਹੁਣ ਵੀ ਧਿਆਨ ਦੇ ਕੇ ਸਜ਼ਾ ਨਹੀਂ ਦੇਵੋਗੇ। ਨਹੀਂ ਤਿਦਾਰਕ ਦੇਉ ਮਹਾਨ। ਸੋ ਕਹਿਣ ਲੱਗੇ ਵੀ ਇਸ ਤਰ੍ਹਾਂ ਸਮੇਂ ਦੇ ਮਹਾਰਾਜ ਜੀ ਨੂੰ ਜੋਗ ਦੰਡ ਨਹੀਂ ਦਿਓਗੇ, ਵੱਡੀ ਸਜ਼ਾ ਨਹੀਂ ਦੇਵੋਗੇ। ਨਿਰਪੈ ਹੋਏ ਬੋ ਕਰੇ ਕੁਕਾਜ। ਇਸ ਤਰ੍ਹਾਂ ਉਹਨਾਂ ਦਾ ਜਿਹੜਾ ਪਿਓ ਅੱਗੇ ਡਰ ਰਹਿਤ ਹਨ ਉਹ ਹੋਰ ਬੇਖੌਫ ਹੋ ਜਾਣਗੇ, ਫਿਰ ਹੋਰ ਵੀ ਵੱਡੇ ਇਸ ਤਰ੍ਹਾਂ ਦੇ ਕੁਕਾਜ ਕਰਨਗੇ ਜਿਹੜੇ ਤੁਹਾਡੇ ਰਾਜ ਦੇ ਖਿਲਾਫ ਹੋਣਗੇ। ਤਸਕਰ ਆਦ ਲਗਾਏ ਸੁਰਾਜ। ਸੋ ਕਹਿਣ ਲੱਗੇ ਵੀ ਇਸ ਤਰ੍ਹਾਂ ਤਸਕਰ ਆਦਿਕ ਜਿਹੜੇ ਚੋਰ ਆਦਿਕ ਨੇ ਮਹਾਰਾਜ ਉਹ ਤੁਹਾਡੇ ਰਾਜ ਦਾ ਭਾਰੀ ਨੁਕਸਾਨ ਕਰਨਗੇ। ਜਿਉ ਤੁਮ ਛਿਮਾ ਕਰੋ ਲਖ ਪੀਰ। ਕਹਿਣ ਲੱਗੇ ਵੀ ਜੇ ਕਰਕੇ ਤੁਸੀਂ ਗੁਰੂ ਅਰਜਨ ਸਾਹਿਬ ਜੀ ਨੂੰ ਪੀਰ ਜਾਣ ਕੇ ਛਿਮਾ ਕਰ ਦੇਵੋਗੇ। ਤਿਉ ਉਰ ਗਰਬਤ ਹੈ ਧਰ ਧੀਰ। ਕਹਿਣ ਲੱਗੇ ਤੈ ਵੀ ਮਹਾਰਾਜ ਜੀ ਧੀਰਜ ਦੇ ਸਹਿਤ ਹੋ ਕਰਕੇ ਹਿਰਦੇ ਦੇ ਵਿੱਚ ਬੜਾ ਗਰਬ ਕਰਨਗੇ, ਹੰਕਾਰ ਉਹਨਾਂ ਦਾ ਫਿਰ ਵੱਧ ਜਾਵੇਗਾ। ਸ਼੍ਰੀ ਨਾਨਕ ਸਮਕ੍ਰਿਤ ਨ ਤਿਨ ਕੋ। ਇੱਕ ਗੱਲ ਬਾਦਸ਼ਾਹ ਜਾਣਨਾ ਕਰੋ ਵੀ ਧੰਨ ਗੁਰੂ ਨਾਨਕ ਸਾਹਿਬ ਵਰਗਾ ਕੋਈ ਉਹਨਾਂ ਦਾ ਕਰਮ ਨਹੀਂ ਹੈ, ਗੁਰੂ ਨਾਨਕ ਸਾਹਿਬ ਜੈਸੀ ਉਹਨਾਂ ਦੀ ਕਿਰਿਆ ਨਹੀਂ ਹੈ। ਉਹਨਾਂ ਨੇ ਬਿਲਕੁਲ ਆਪਣੇ ਨਾਲ ਚੋਰ ਰੱਖ ਲਏ ਨੇ, ਲੁੱਟਾਂ ਖੋਹਾਂ ਕਰ ਰਹੇ ਨੇ, ਤੁਹਾਡੇ ਰਾਜ ਦੇ ਖਿਲਾਫ ਜਿਹੜਾ ਸਾਜ਼ਿਸ਼ਾਂ ਵਾਲੇ ਕਾਰਜ ਕਰ ਰਹੇ ਨੇ। ਧੰਨ ਗੁਰੂ ਨਾਨਕ ਸਾਹਿਬ ਵਰਗੇ ਕਾਰਜ ਉਹਨਾਂ ਦੇ ਨਹੀਂ ਰਹੇ। ਤਰੇ ਈਰਖਾ ਕਪਟੀ ਮਨ ਕੋ। ਕਹਿਣ ਲੱਗੇ ਵੀ ਇਸ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦਾ ਮਨ ਕਪਟੀ ਹੋ ਗਿਆ ਤੇ ਉਹ ਤੁਹਾਡੇ ਨਾਲ ਈਰਖਾ ਕਰਦੇ ਨੇ ਵੀ ਗੁਰੂ ਨਾਨਕ ਸਾਹਿਬ ਜੈਸਾ ਸੁਭਾਅ ਉਹਨਾਂ ਦਾ ਨਹੀਂ ਰਿਹਾ ਹੈ। ਸੁਲਬੀ ਪਠਿਓ ਨਾ ਪਹੁੰਚਿਓ ਤਾਹਾਂ। ਕਹਿਣ ਲੱਗਿਆ ਬਾਦਸ਼ਾਹ ਆਪਾਂ ਸਲਾਹ ਕਰਕੇ ਗੁਰੂ ਅਰਜਨ ਸਾਹਿਬ ਜੀ ਨੂੰ ਮਾਰਨ ਦੇ ਲਈ ਜਾਂ ਪਕੜਨ ਦੇ ਲਈ ਪਹਿਲਾਂ ਸੁਲਹੀ ਖਾਨ ਭੇਜਿਆ ਸੀ, ਉਹ ਵੀ ਰਸਤੇ ਦੇ ਵਿੱਚ ਮਾਰਿਆ ਗਿਆ। ਸੁਲੱਭੀ ਖਾਨ ਭੇਜਿਆ, ਜਿਵੇਂ ਸਤਿਗੁਰੂ ਜੀ ਨੇ ਬਾਣੀ ਦੇ ਅੰਦਰ ਹੀ ਬਚਨ ਕੀਤੇ। ਜਦੋਂ ਸੁਲਹੀ ਖਾਨ ਲਾਹੌਰ ਤੋਂ ਚੜ ਕਰਕੇ ਆਇਆ ਤਾਂ ਸਿੱਖਾਂ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਸੀ ਵੀ ਸੱਚੇ ਪਾਤਸ਼ਾਹ ਜੀ ਆਪ ਜੀ ਤੇ ਹਮਲਾ ਕਰਨ ਦੇ ਲਈ ਸੁਲਹੀ ਖਾਨ ਲਾਹੌਰ ਤੋਂ ਚੜਿਆ ਹੈ, ਸਾਨੂੰ ਕੋਈ ਯਤਨ ਕਰਨਾ ਚਾਹੀਦਾ, ਚਾਰਾ ਕਰਨਾ ਚਾਹੀਦਾ ਹੈ, ਉਹਦੇ ਵੱਲ ਕੋਈ ਪੱਤਰਕਾ ਲਿਖਣੀ ਚਾਹੀਦੀ ਵੀ ਉਹ ਕੀ ਚਾਹੁੰਦਾ ਹੈ, ਜਾਂ ਫਿਰ ਮਹਾਰਾਜ ਜੀ ਉਹ ਕੋਈ ਦੋ ਮਨੁੱਖ ਭੇਜਣੇ ਚਾਹੀਦੇ ਹਨ ਸਲਾਹ ਮਸ਼ਵਰੇ ਦੇ ਲਈ, ਜਾਂ ਫਿਰ ਕੋਈ ਹੋਰ ਯਤਨ ਕਰਨਾ ਚਾਹੀਦਾ ਵੀ ਤੁਸੀਂ ਸੰਗਤਾਂ ਦੇ ਵਿੱਚ ਦੀਵਾਨ ਲਾ ਕੇ ਬੈਠੇ ਹੋਗੇ, ਉਹ ਚੜ ਕਰਕੇ ਆਣ ਕੇ ਹਮਲਾ ਕਰ ਦੇਵੇਗਾ। ਤਾਂ ਸਿੱਖਾਂ ਨੇ ਬੇਨਤੀ ਕੀਤੀ ਸੀ ਕਿ ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਏ ਮਨੁੱਖ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ। ਜਦੋਂ ਇਹ ਬੇਨਤੀਆਂ ਕੀਤੀਆਂ ਗੁਰੂ ਅਰਜਨ ਸਾਹਿਬ ਜੀ ਦੇ ਸਨਮੁਖ ਤਾਂ ਮਹਾਰਾਜ ਜੀ ਨੇ ਆਖਿਆ, ਗੁਰਸਿੱਖੋ ਸਾਨੂੰ ਡਰਨ ਦੀ ਲੋੜ ਨਹੀਂ, ਸਾਡੇ ਤੇ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਜੀ ਦੀ ਕਿਰਪਾ ਹੈ, ਸੁਲਹੀ ਖਾਨ ਸਾਡਾ ਕੁਝ ਵੀ ਨਹੀਂ ਵਿਗਾੜ ਸਕੇਗਾ। ਤਾਂ ਮਹਾਰਾਜ ਜੀ ਨੇ ਆਖਿਆ ਸੀ ਮੈਂ ਸਭ ਕੁਝ ਛੋੜ ਪ੍ਰਭ ਤੁਹੀ ਧਿਆਇਆ, ਅਸੀਂ ਸਾਰੇ ਯਤਨ ਚਾਰੇ ਛੱਡ ਕੇ ਕੇਵਲ ਅਕਾਲ ਪੁਰਖ ਵਾਹਿਗੁਰੂ ਦਾ ਆਸਰਾ ਲਿਆ ਹੈ। ਮਹਾਰਾਜ ਜੀ ਨੇ ਭਜਨ ਕੀਤੇ, ਸੁਲਹੀ ਖਾਨ ਮਾਰਿਆ ਗਿਆ। ਤਾਂ ਇਹ ਵੀ ਭਜਨ ਮਹਾਰਾਜ ਜੀ ਨੇ ਫਿਰ ਕੀਤੇ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀ ਨਾ ਪਹੁੰਚਿਆ, ਸੁਲਹੀ ਮੂਆ ਹੋਏ ਨਾ ਪਾਕ।
ਫਿਰ ਸੁਲੱਭੀ ਖਾਨ ਵੀ ਚੜ੍ਹ ਕਰਕੇ ਆਇਆ, ਉਹ ਵੀ ਰਸਤੇ ਦੇ ਵਿੱਚ ਹੀ ਮਾਰਿਆ ਗਿਆ। ਤਾਂ ਚੰਦੂ ਕਹਿੰਦਾ ਹੈ ਕਿ ਬਾਦਸ਼ਾਹ ਜੀ ਆਪਾਂ ਬੜਾ ਸਲਾਹ ਕਰਕੇ ਯਤਨ ਕਰਕੇ ਇਹ ਜਰਨੈਲ ਭੇਜੇ ਸਨ, ਪਰ ਜਦੋਂ ਵੀ ਰਸਤੇ ਦੇ ਵਿੱਚ ਹੀ ਮਾਰੇ ਗਏ, ਮਹਾਰਾਜ ਜੀ ਤੱਕ ਪਹੁੰਚ ਨਹੀਂ ਸਕੇ। ਤਿਸ ਪੀਛੇ ਉਰ ਗਰਬਿਓ ਮਹਾ। ਕਹਿਣ ਲੱਗੇ ਵੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦਾ ਹੰਕਾਰ ਹੋਰ ਵੱਧ ਗਿਆ, ਉਹ ਹੋਰ ਬੇਖੌਫ ਹੋ ਗਏ ਵੀ ਸਾਨੂੰ ਕੋਈ ਮਾਰ ਨਹੀਂ ਸਕਦਾ ਹੈ। ਹਜ਼ਰਤ ਜੇ ਡਰ ਹੋਏ ਨਾ ਤੁਮਾਰਾ। ਬਾਦਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਹਿਰਦੇ ਦੇ ਵਿੱਚ ਰਤਾ ਮਾਤਰ ਵੀ ਕੋਈ ਡਰ ਨਹੀਂ ਹੈ। ਹੋਏ ਰਾਜ ਮੈਂ ਬਹੁਤ ਬਿਗਾਰਾ। ਤੁਹਾਡੇ ਰਾਜ ਦੇ ਵਿੱਚ ਬਹੁਤਾ ਵਿਗਾੜ ਪੈਦਾ ਕਰਨਗੇ। ਇਤਿਆਦਿਕ ਪਾਪੀ ਬੋ ਕਇਓ। ਇਤਿਆਦਿਕ ਜਿਹੜੀਆਂ ਸਾਧ ਸੰਗਤ ਜੀ ਗੱਲਾਂ ਬਾਤਾਂ ਹਿੰਦੁਸਤਾਨ ਦੇ ਬਾਦਸ਼ਾਹ ਜਹਾਂਗੀਰ ਦੇ ਪਾਸ ਚੰਦੂ ਨੇ ਆਖੀਆਂ ਹਨ। ਸਾਚ ਤੁਰਕ ਪਤਿ ਨੇ ਚਿਤ ਲਹਿਓ। ਕਹਿਣ ਲੱਗੇ ਤੁਰਕਾਂ ਦਾ ਪਤੀ ਜੋ ਜਹਾਂਗੀਰ ਹੈ, ਉਹਨੇ ਆਪਣੇ ਚਿੱਤ ਦੇ ਵਿੱਚ ਇਹਨਾਂ ਗੱਲਾਂ ਨੂੰ ਸੱਚੀਆਂ ਜਾਣਿਆ ਹੈ। ਨਿਤ ਪ੍ਰਤ ਤਿਨ ਕੀ ਆਏ ਖੁਟਾਈ। ਕਿਉਂਕਿ ਜਿਹੜੇ ਸਾਧ ਸੰਗਤ ਜੀ ਗੁਰੂ ਘਰ ਦੇ ਨਾਲ ਈਰਖਾ ਕਰਨ ਵਾਲੇ ਲੋਕ ਹਨ, ਅੱਜ ਤੋਂ ਨਹੀਂ ਸ਼ੁਰੂ ਤੋਂ ਹੀ ਉਹ ਸਮੇਂ ਦੀਆਂ ਸਰਕਾਰਾਂ ਦੇ ਨਾਲ ਮਿਲ ਕਰਕੇ ਮਹਾਰਾਜ ਸਾਹਿਬ ਜੀ ਦਾ ਵੱਧਦਾ ਪ੍ਰਤਾਪ ਦੇ ਕੇ, ਸਿੱਖੀ ਵੱਧਦੀ ਦੇ ਕੇ ਬਰਦਾਸ਼ਤ ਨਹੀਂ ਕਰਦੇ ਸਨ। ਤਾਂ ਇਸ ਤਰ੍ਹਾਂ ਆਪੋ ਆਪਣੇ ਯਤਨਾਂ ਦੇ ਦੁਆਰਾ ਬਾਦਸ਼ਾਹ ਦੇ ਕੋਲ ਸ਼ਿਕਾਇਤਾਂ ਲਗਾਉਂਦੇ ਸਨ। ਤਾਂ ਬਾਦਸ਼ਾਹ ਕਹਿੰਦਾ ਵੀ ਮਹਾਰਾਜ ਜੀ ਦੀ ਵੀ ਜਿਹੜੀ ਖੁਟਿਆਈ ਹੈ ਨਿਤਾ ਪ੍ਰਤ ਮੇਰੇ ਪਾਸ ਆਉਂਦੀ ਹੈ। ਮੈਂ ਅਬ ਲੋਨੇ ਕਛੂ ਜਨਾਈ। ਅਜੇ ਤੱਕ ਕਹਿੰਦਾ ਮੈਂ ਕੋਈ ਵੀ ਯਤਨ ਨਹੀਂ ਕੀਤਾ ਵੀ ਮੈਂ ਉਹਨਾਂ ਦੀ ਕੋਈ ਖੁਟਿਆਈ ਜੁੜਾ ਸਕਾਂ, ਕੋਈ ਯਤਨ ਕਰਕੇ ਉਹਨਾਂ ਨੂੰ ਪਕੜ ਸਕਾਂ ਜਾਂ ਸਜ਼ਾ ਦੇ ਸਕਾਂ। ਨਿਜ ਦੀਵਾਨ ਪਾਪੀ ਸੰਗ ਕਇਓ। ਕਹਿੰਦੇ ਹੁਣ ਸਮਾਂ ਹੈ ਵੀ ਮਹਾਰਾਜ ਜੀ ਨੂੰ ਸਜ਼ਾ ਦੇਣੀ ਚਾਹੀਦੀ ਹੈ। ਤੇ ਕਹਿਣ ਲੱਗੇ ਵੀ ਇਸ ਤਰ੍ਹਾਂ ਬਾਦਸ਼ਾਹ ਨੇ ਆਪਣੇ ਪਾਪੀ ਦੀਵਾਨ ਭਾਵ ਚੰਦੂ ਦੇ ਨਾਲ ਇਸ ਤਰ੍ਹਾਂ ਆਖਿਆ ਹੈ। ਕੀਤਕ ਦੰਡ ਉਚਿਤ ਤੈਂ ਲਇਓ। ਕਹਿਣ ਲੱਗੇ ਜਹਾਂਗੀਰ ਕਹਿੰਦਾ ਹੈ ਵੀ ਇਹ ਚੰਦੂ ਕੇਤਕ ਡੰਡ, ਕਿਤਨਾ ਕ ਡੰਡ ਤੂੰ ਜੋਗ ਜਾਣਿਆ ਵੀ ਕਿਤਨਾ ਕ ਡੰਡ ਆਪਾਂ ਗੁਰੂ ਸਾਹਿਬ ਨੂੰ ਦੇਣਾ ਕਰੀਏ। ਜੇ ਤੱਕ ਦੇ ਲਿਖੋ ਪਰਵਾਨਾ। ਕਿਤਕ ਡੰਡ ਜੋਗ ਬਣਦਾ ਪੱਤਰਕਾ ਦੇ ਚਿੱਠੀ ਤੇ ਲਿਖਣਾ ਕਰ। ਆਵੇਂ ਅਬ ਚੱਲ ਕੇ ਇਸ ਥਾਨਾ। ਇਹ ਲਿਖਣਾ ਕਰਕੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਲਾਹੌਰ ਆਉਣਾ ਕਰਨ। ਦੁਸ਼ਟ ਸਚਿਵ ਨੇ ਮਤ ਵਿੱਚ ਲਾਈ। ਕਹਿਣ ਲੱਗੇ ਸਾਧ ਸੰਗਤ ਜੀ ਜਿਹੜਾ ਮੰਦੀ ਮਤ ਵਾਲਾ ਮੰਤਰੀ ਭਾਵ ਜੋ ਚੰਦੂ ਹੈ, ਇਹਨੇ ਬਾਦਸ਼ਾਹ ਦੀ ਜਿਹੜੀ ਮਾਤੀ ਵਿੱਚ ਲਾ ਦਿੱਤੀ, ਮਾਤੀ ਘੁਮਾ ਦਿੱਤੀ। ਉਚਿਤ ਅਨੁਚਿਤ ਸਕਲ ਬਿਸਰਾਈ। ਉਚਿਤ ਅਨੁਚਿਤ ਭਾਵ ਵੀ ਜੋਗ ਅਜੋਗ ਬਾਦਸ਼ਾਹ ਨੂੰ ਕੋਈ ਹੁਣ ਸਮਝ ਨਹੀਂ ਰਹੀ ਵੀ ਮੈਂ ਕੀ ਗੱਲ ਕਰਨੀ ਕੀ ਨਹੀਂ ਕਰਨੀ ਜਦੋਂ ਮਾਤੀ ਮਾਰੀ ਗਈ। ਇਸ ਪ੍ਰਕਾਰ ਜਿਸ ਕੀ ਕਰਤ ਉਸਤਤ ਲਖ ਪੀਰ। ਇਹਨਾਂ ਸਤਿਗੁਰਾਂ ਨੂੰ ਪੀਰ ਜਾਣ ਕੇ ਆਪਣੀ ਸਭਾ ਦੇ ਵਿੱਚ ਬਾਦਸ਼ਾਹ ਵੀ ਵਡਿਆਈ ਕਰਦਾ ਸੀ। ਦਨ ਚਾਏ ਮੂਰਖ ਤਿਨ ਤੀਰ। ਹੁਣ ਮੂਰਖ ਮੰਦੀ ਮਤ ਵਾਲਾ ਜਿਹੜਾ ਬਾਦਸ਼ਾਹ ਮਹਾਰਾਜ ਜੀ ਨੂੰ ਦੰਡ ਦੇਣਾ ਚਾਹੁੰਦਾ ਹੈ। ਤਨ 2 ਲੱਖ ਦੀਜੇ ਆਏ। ਕਹਿੰਦਾ ਹੈ ਵੀ 2 ਲੱਖ ਰੁਪਈਆ ਗੁਰੂ ਅਰਜਨ ਸਾਹਿਬ ਜੀ ਹੁਣ ਦੰਡ ਦੀ ਵਜੋਂ ਆਣ ਕਰਕੇ ਦੇਣਾ ਕਰਨੇ ਜਿਹੜੀ ਸਜ਼ਾ ਗੁਰੂ ਅਰਜਨ ਸਾਹਿਬ ਜੀ ਨੂੰ ਆਪਾਂ ਦੇਈਏ ਵੀ 2 ਲੱਖ ਰੁਪਈਆ ਮਹਾਰਾਜ ਜੀ ਦੇਣ। ਤੁਮਨੇ ਕੀਨਸ ਬਾਤ ਬਿਜਾਏ। ਸੋ ਇਸ ਤਰ੍ਹਾਂ ਕਹਿਣ ਲੱਗੇ ਵੀ ਇਹ ਬਾਦਸ਼ਾਹ ਕਹਿੰਦਾ ਹੈ ਵੀ ਜੋ ਗੱਲਬਾਤ ਤੁਸੀਂ ਕੀਤੀ ਹੈ, ਸ਼ਹਿਜ਼ਾਦਾ ਜੋ ਹਮੋ ਨਿਕਾਰਿਓ। ਕਿਉਂਕਿ ਜਿਹੜਾ ਖੁਸਰੋ ਸ਼ਹਿਜ਼ਾਦਾ ਮੈਂ ਆਪਣੇ ਮਹਿਲਾਂ ਦੇ ਵਿੱਚੋਂ ਕੱਢ ਦਿੱਤਾ ਵੀ ਜਿਹਨੂੰ ਦੇਸ਼ ਨਿਕਾਲਾ ਦੇ ਦਿੱਤਾ। ਰਿਪ ਸਮਾਨ ਉਰ ਮੈਂ ਨਿਰਧਾਰਿਓ। ਕਹਿਣ ਲੱਗੇ ਵੀ ਉਹ ਤਾਂ ਮੈਂ ਇਹ ਨਿਰਣਾ ਕੀਤਾ ਧਾਰਿਆ ਵੀ ਉਹ ਮੇਰਾ ਵੈਰੀ ਹੈ ਜਿਸ ਨੂੰ ਮੈਂ ਆਪਣੇ ਦੇਸ਼ ਦੇ ਵਿੱਚੋਂ ਹੀ ਬਾਹਰ ਕੱਢਣਾ ਚਾਹੁੰਦਾ ਹਾਂ। ਟਿਕਨ ਦਿਓ ਨੇ ਨਿਕਟ ਸੁਕਾਉ। ਸੋ ਕਹਿਣ ਲੱਗੇ ਵੀ ਮੈਂ ਕਿਸੇ ਤਰ੍ਹਾਂ ਦੇ ਨਾਲ ਵੀ ਉਹਨੂੰ ਆਪਣੇ ਸ਼ਹਿਜ਼ਾਦੇ ਨੂੰ ਆਪਣੇ ਪਾਸ ਨਹੀਂ ਟਿਕਣ ਦੇਣਾ ਚਾਹੁੰਦਾ ਸੀ। ਤੁਮ ਤਨ ਦੀਨਸ ਰਾਖਿਓ ਪਾਉ। ਜਿਹੜਾ ਮੇਰਾ ਵੈਰੀ ਮੇਰਾ ਸ਼ਹਿਜ਼ਾਦਾ ਉਹਨੂੰ ਆਪਣੇ ਪਾਸ ਰੱਖ ਕਰਕੇ ਤੁਸੀਂ ਉਹਨੂੰ ਧਨ ਦਿੱਤਾ ਹੈ, ਉਹਦੀ ਮਦਦ ਕੀਤੀ ਹੈ। ਆਇਸ ਜਹਾਂਗੀਰ ਕੀ ਲੈ ਕੇ। ਸੋ ਕਹਿਣ ਲੱਗੇ ਇਸ ਤਰ੍ਹਾਂ ਜਹਾਂਗੀਰ ਦੀ ਆਗਿਆ ਲੈ ਕਰਕੇ ਚੰਦੂ ਦੁਸ਼ਟ
ਲਿਖਿਓ ਬਿਦ ਕਹਿ ਤੇ ਕੈ ਸਾਧ ਸੰਗਤ ਜੀ ਜਹਾਂਗੀਰ ਦੇ ਨਾਲ ਗੱਲਬਾਤ ਕਰਕੇ ਸਲਾਹ ਮਸ਼ਵਰਾ ਕਰਕੇ ਚੰਦੂ ਦੀਵਾਨ ਨੇ ਕਹਿੰਦੇ ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਨੂੰ ਸਜ਼ਾ ਦੇਣ ਦੇ ਲਈ ਇਹ ਚਿੱਠੀ ਜਿਹੜੀ ਲਿਖਣੀ ਸ਼ੁਰੂ ਕੀਤੀ ਹੈ। ਸ਼ਾਹ ਕਏ ਕੋ 10 ਗੁਣ ਰਿਸਕੋ ਹੁਣ ਸ਼ਾਹ ਨੇ ਤੇ ਦੋ ਚਾਰ ਇਹ ਗੱਲਾਂ ਕੀਤੀਆਂ ਵੀ ਮਹਾਰਾਜ ਜੀ 2 ਲੱਖ ਰੁਪਈਆ ਦੇਣ, ਬਾਕੀ ਉਹਨਾਂ ਨੇ ਮੇਰੇ ਸ਼ਹਿਜ਼ਾਦੇ ਖੁਸਰੋ ਦੀ ਮਦਦ ਕੀਤੀ, ਉਹ ਮੇਰਾ ਵੈਰੀ ਸੀ। ਤਾਂ ਇਹ ਜਿਹੜੀਆਂ ਗੱਲਾਂ ਸਾਧ ਸੰਗਤ ਜੀ ਚੰਦੂ ਨੇ ਹੋਰ 10 ਗੁਣਾ ਆਪਣੇ ਵੱਲੋਂ ਵੀ ਨਾਲ ਜੋੜ ਲਈਆਂ, ਇਹਨਾਂ ਨੂੰ 10 ਗੁਣਾ ਵਧਾ ਦਿੱਤਾ। ਲਿਖਿਓ ਕਠੋਰ ਹੁਕਮ ਗੁਰ ਦਿਸ਼ ਕੋ ਸਤਿਗੁਰੂ ਜੀ ਦੀ ਦਿਸ਼ਾ ਵੱਲ ਬੜਾ ਕਠੋਰ ਸਖਤ ਹੁਕਮ ਇਸ ਨੇ ਲਿਖਿਆ ਹੈ। ਐਦੀ ਕੋ ਨਿਜ ਨਿਕਟ ਹਕਾਰਾ ਜੋ ਐਦੀ ਹੈ, ਜੋ ਸਾਧ ਸੰਗਤ ਜੀ ਸ਼ਾਹੀ ਹੁਕਮ ਹੁੰਦੇ ਬਾਦਸ਼ਾਹ ਦੇ ਵੱਲੋਂ ਐਦੀ ਜਿਹੜੇ ਲੈ ਕਰਕੇ ਜਾਂਦੇ ਨੇ, ਕਹਿੰਦੇ ਉਹ ਇੱਕ ਐਦੀ ਨੂੰ ਆਪਣੇ ਪਾਸ ਬੁਲਾਇਆ ਹੈ। ਤਿਨ ਪਰ ਸ਼ਾਹ ਕ੍ਰੋਧ ਵੱਡ ਧਾਰਾ ਸੋ ਕਹਿਣ ਲੱਗੇ ਐਦੀਏ ਨੂੰ ਸੱਦ ਕੇ ਚੰਦੂ ਕਹਿੰਦਾ ਹੈ ਵੀ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਜਾ ਕਰਕੇ ਆਖਣਾ ਕਰ ਵੀ ਤੁਹਾਡੇ ਤੇ ਬਾਦਸ਼ਾਹ ਨੇ ਬਹੁਤਾ ਹੀ ਕ੍ਰੋਧ ਧਾਰਿਆ ਹੈ। ਗਹੋ ਪਰਵਾਨਾ ਗਮਨੋ ਤੂਰਨ ਇਹ ਬਾਦਸ਼ਾਹ ਦਾ ਪਰਵਾਨਾ ਤੁਹਾਡੇ ਪਾਸ ਆਇਆ, ਬਾਦਸ਼ਾਹ ਦੀ ਚਿੱਠੀ ਆਈ ਹੈ। ਇਹ ਚਿੱਠੀ ਨੂੰ ਪੜ੍ਹਦਿਆਂ ਸੁਣਦਿਆਂ ਹੀ ਤੁਸੀਂ ਬੜੀ ਛੇਤੀ ਦੇ ਨਾਲ ਬਾਦਸ਼ਾਹ ਕੋਲ ਚੱਲਣਾ ਕਰੋ ਜੀ। ਲਿਓ 2 ਲੱਖ ਦਰਬ ਕਰ ਪੂਰਨ ਨਾਲ 2 ਲੱਖ ਰੁਪਈਆ ਗਿਣ ਕਰਕੇ ਲੈ ਲਿਓ, ਤੁਹਾਨੂੰ ਇਹ ਦੰਡ ਮਿਲਿਆ ਹੈ ਵੀ 2 ਲੱਖ ਰੁਪਈਆ ਤੁਸੀਂ ਦੇਵੋਗੇ। ਜਾਓ ਸੁਦਾ ਸਰ ਹੁਕਮ ਪ੍ਰਕਾਸ਼ ਇਸ ਤਰ੍ਹਾਂ ਸਾਧ ਸੰਗਤ ਜੀ ਬਾਦਸ਼ਾਹ ਦੇ ਵਜ਼ੀਰ ਚੰਦੂ ਨੇ ਐਦੀਏ ਨੂੰ ਆਪਣੇ ਪਾਸ ਸੱਦ ਕੇ ਚੰਗੀ ਤਰ੍ਹਾਂ ਸਮਝਾਉਂਦਿਆਂ ਹੋਇਆ ਆਖਿਆ ਵੀ ਇਹ ਗੱਲਾਂ ਬਾਤਾਂ ਤੋਂ ਗੁਰੂ ਅਰਜਨ ਸਾਹਿਬ ਜੀ ਨੂੰ ਜਾ ਕੇ ਆਖਣੀਆਂ ਹਨ, ਤੇ ਆਹ ਜਿਹੜੀ ਚਿੱਠੀ ਪੱਤਰਕ ਹੈ ਮਹਾਰਾਜ ਜੀ ਨੇ ਸਨਮੁਖ ਰੱਖਣੀ ਹੈ। ਤੂੰ ਬੜੀ ਛੇਤੀ ਦੇ ਨਾਲ ਹੁਣ ਅੰਮ੍ਰਿਤਸਰ ਸਾਹਿਬ ਚੱਲਣਾ ਕਰ। ਲਿਓ ਸਭ ਕਿਛ ਸ਼੍ਰੀ ਅਰਜਨ ਪਾਸ ਜਾ ਕਰਕੇ ਗੁਰੂ ਅਰਜਨ ਸਾਹਿਬ ਜੀ ਦੇ ਪਾਸੋਂ ਜਿਹੜਾ ਇਹ ਧਨ ਹੈ ਮਾਲ ਲੈਣਾ ਕਰੀ। ਮ੍ਰਿਦੁਲ ਨ ਬੋਲੋ ਲਿਓ ਧਨ ਰਾਸ਼ੀ ਕਹਿਣ ਲੱਗੇ ਵੀ ਕੋਈ ਵੀ ਮਹਾਰਾਜ ਜੀ ਦਾ ਜਾ ਕੇ ਸਤਿਕਾਰ ਨਹੀਂ ਕਰਨਾ, ਬੜੇ ਕਠੋਰ ਬਚਨ ਬੋਲਣੇ ਹਨ। ਤਾਂ ਵੀ ਇਹ ਜਣਾਉਣਾ ਵੀ ਬਾਦਸ਼ਾਹ ਤੁਹਾਡੇ ਤੇ ਬੜਾ ਗੁੱਸੇ ਆ, ਬੜੀ ਸਖਤੀ ਦੇ ਨਾਲ ਉਹਨੇ ਮੈਨੂੰ ਭੇਜਿਆ ਹੈ ਵੀ ਗੁਰੂ ਅਰਜਨ ਸਾਹਿਬ ਜੀ ਬੜੀ ਛੇਤੀ ਦੇ ਨਾਲ 2 ਲੱਖ ਰੁਪਈਆ ਦੇਣ ਤੇ ਬਾਦਸ਼ਾਹ ਦੇ ਕੋਲ ਪੇਸ਼ ਹੋਣ। ਨਾਏ ਤਾਂ ਆਨੋ ਹਜ਼ਰਤ ਪਾਸੀ ਸੋ ਜੇ ਕਹਿੰਦੇ ਵੀ ਤੁਸੀਂ ਪੈਸੇ ਨਹੀਂ ਦੇ ਸਕਦੇ ਤੇ ਬੜੀ ਛੇਤੀ ਦੇ ਨਾਲ ਫਿਰ ਬਾਦਸ਼ਾਹ ਦੇ ਪਾਸ ਚੱਲਣਾ ਕਰੋ ਜੀ। ਅਪਰ ਕਿਸੂ ਕੋ ਕਹਿਓ ਨਾ ਕੀਜੇ ਚੰਦੂ ਕਹਿੰਦਾ ਐਦੀਏ ਨੂੰ ਵੀ ਹੋਰ ਕਿਸੇ ਦੇ ਕੋਲ ਜਾ ਕੇ ਕੋਈ ਗੱਲਬਾਤ ਨਹੀਂ ਕਰਨੀ, ਵੀ ਇਹ ਜਿਹੜੀ ਪੱਤਰਕ ਹੈ ਸਿੱਧੀ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਲੈ ਕੇ ਜਾਣੀ ਹੈ। ਗਮਨੋ ਅਬੇ ਛਿਪਰ ਪਹੁੰਚੀ ਜੇ ਬੜੀ ਛੇਤੀ ਦੇ ਨਾਲ ਕਹਿੰਦੇ ਤੂੰ ਹੁਣ ਚੱਲਣਾ ਕਰ, ਕੋਈ ਦੇਰੀ ਨਹੀਂ ਲਾਉਣੀ, ਜਿੰਨੀ ਛੇਤੀ ਹੋਵੇ ਮਹਾਰਾਜ ਜੀ ਦੇ ਕੋਲ ਜਾਣਾ ਕਰ। ਚਲਿਓ ਐਦੀਆ ਲੈ ਪਰਵਾਨਾ ਪਰਵਾਨਾ ਲੈ ਕੇ ਸ਼ਾਹੀ ਹੁਕਮ ਲੈ ਕਰਕੇ ਜਿਹੜਾ ਐਦੀਆ ਸੀ ਚੱਲ ਪਿਆ ਹੈ। ਪੀਛੇ ਉਰ ਪਾਪੀ ਹਰ ਖਾਨਾ ਇਧਰ ਪਿੱਛੇ ਚੰਦੂ ਪਾਪੀ ਸਾਧ ਸੰਗਤ ਜੀ ਬੜਾ ਖੁਸ਼ ਹੋ ਰਿਹਾ ਹੈ। ਬੀਤੇ ਸੰਮਤ ਕਰਤ ਉਪਾਉ ਜਿਹੜੇ ਪਿੱਛੇ ਸਾਲ ਬਤੀਤ ਹੋ ਚੁੱਕੇ ਨੇ, ਵੀ ਜਿਵੇਂ ਸਤਿਗੁਰੂ ਮਹਾਰਾਜ ਜੀ ਨੇ ਇਹਦੀ ਲੜਕੀ ਦਾ ਰਿਸ਼ਤਾ ਮੋੜ ਦਿੱਤਾ, ਹੁਣ ਉਹ ਸਮੇਂ ਨੂੰ ਇਹ ਯਾਦ ਕਰਨ ਲੱਗਾ ਹੈ। ਅਬ ਕੁਛ ਲਾਗਿਓ ਮੇਰੋ ਦਾਊ ਕਹਿਣ ਲੱਗਾ ਵੀ ਮੈਂ ਲੰਮੇ ਸਮੇਂ ਤੋਂ ਯਤਨ ਕਰਦਾ ਆ ਰਿਹਾ ਸੀ ਪਰ ਮੇਰਾ ਕੋਈ ਚਾਰਾ ਨਹੀਂ ਚੱਲਿਆ, ਹੁਣ ਮੇਰਾ ਕੁਝ ਦਾ ਜਿਹੜਾ ਲੱਗ ਰਿਹਾ ਹੈ। ਲੈ ਹੋ ਬੈਰ ਦਿਓ ਦੁੱਖ ਤੈਸੇ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਪਾਸੋਂ ਮੈਂ ਆਪਣਾ ਬਦਲਾ ਲਵਾਂਗਾ, ਵੈਰ ਲਵਾਂਗਾ, ਮਹਾਰਾਜ ਸਾਹਿਬ ਜੀ ਨੂੰ ਬੜੀ ਹੀ ਕਠਿਨ ਜਿਹੜੀ ਸਜ਼ਾ ਦੇਵਾਂਗਾ। ਸੁਤਾ ਮੋਏ ਸੰਕਟ ਲੈ ਜੈਸੇ ਇਸ ਤਰ੍ਹਾਂ ਕਹਿਣ ਲੱਗੇ ਗੁਰੂ ਅਰਜਨ ਸਾਹਿਬ ਜੀ ਨੇ ਮੇਰੀ ਧੀ ਦਾ ਰਿਸ਼ਤਾ ਮੋੜ ਕਰਕੇ ਮੇਰੀ ਧੀ ਨੂੰ ਸੰਕਟ ਦਿੱਤਾ, ਦੁੱਖ ਦਿੱਤਾ, ਇਸੇ ਤਰ੍ਹਾਂ ਮੈਂ ਗੁਰੂ ਅਰਜਨ ਸਾਹਿਬ ਜੀ ਨੂੰ ਦੁੱਖ ਦੇਵਾਂਗਾ। ਨੈ ਭੈ ਕਰਿਓ ਨਾ ਲੀਨ ਸਗਾਈ ਕਿਉਂਕਿ ਮਹਾਰਾਜ ਜੀ ਨੇ ਬਿਲਕੁਲ ਵੀ ਮੇਰਾ ਭੈ ਨਹੀਂ ਕੀਤਾ, ਡਰ ਨਹੀਂ ਮੰਨਿਆ ਵੀ ਮੈਂ ਹਿੰਦੁਸਤਾਨ ਦੇ ਬਾਦਸ਼ਾਹ ਦਾ ਵਜ਼ੀਰ ਹਾਂ। ਕਰ ਬਿਨਤੀ ਪੀ ਮੋਏ ਪਟਾਈ ਤੇ ਮੈਂ ਆਪਣੇ ਸ਼ਾਹੀ ਹੁਕਮ ਦੇ ਨਾਲ ਵੀ ਰਿਸ਼ਤਾ ਕਰਨਾ ਚਾਹਿਆ, ਬੇਨਤੀਆਂ ਵੀ ਕੀਤੀਆਂ, ਪਰ ਕਿਸੇ ਤਰੀਕੇ ਦੇ ਨਾਲ ਵੀ ਮਹਾਰਾਜ ਜੀ ਨੇ
ਮੇਰੇ ਨਾਲ ਸਗਾਈ ਨਹੀਂ ਕੀਤੀ, ਮੇਰੇ ਰਿਸ਼ਤੇ ਨੂੰ ਪ੍ਰਵਾਨ ਨਹੀਂ ਕੀਤਾ। ਲਾਗੀ ਅਬਲੋਂ ਆਂਚ ਨ ਤਾਤੀ। ਕਹਿਣ ਲੱਗੇ ਹੁਣ ਤੱਕ ਭਾਵੇਂ ਮੈਂ ਕਈ ਯਤਨ ਕਰਕੇ ਹਾਰ ਚੁੱਕਾ ਹਾਂ, ਗੁਰੂ ਅਰਜਨ ਸਾਹਿਬ ਜੀ ਨੂੰ ਤੱਤੀ ਵਾਹ ਨਹੀਂ ਲੱਗੀ। ਬੈਠ ਰਿਓ ਕਰ ਸੀਤਲ ਛਾਤੀ। ਕਹਿਣ ਲੱਗੇ ਮਹਾਰਾਜ ਸਾਹਿਬ ਦੀ ਸ਼ੀਤਲ ਸਾਤੀ ਭਾਪ ਹੀ ਬੜੇ ਆਨੰਦ ਖੁਸ਼ੀ ਦੇ ਸਹਿਤ ਹੀ ਬੈਠੇ ਰਹੇ ਹਨ। ਕਰਤ ਰਿਓ ਮੈਂ ਯਤਨ ਕਨੇਰੇ। ਬਹੁਤੇ ਯਤਨ ਕਰਕੇ ਹਾਰ ਗਿਆ ਹਾਂ। ਤਿਨ ਕੇ ਸੰਕਟ ਗਿਓ ਨ ਨੇਰੇ। ਗੁਰੂ ਅਰਜਨ ਸਾਹਿਬ ਜੀ ਦੇ ਨੇੜੇ ਤੇੜੇ ਵੀ ਕੋਈ ਸੰਕਟ ਦੁੱਖ ਮੈਂ ਨਹੀਂ ਪਹੁੰਚਾ ਸਕਿਆ, ਕੋਈ ਵੀ ਸੰਕਟ ਮਹਾਰਾਜ ਜੀ ਦੇ ਕੋਲ ਨਹੀਂ ਗਿਆ। ਖੱਤਰੀਆਂ ਵਿਖੇ ਲਾਜ ਮਮ ਖੋਈ। ਕਹਿਣ ਲੱਗੇ ਵੀ ਮੈਂ ਆਪਣੀ ਖੱਤਰੀ ਬੰਸ ਦੇ ਵਿੱਚ ਸਾਰੀ ਜਿਹੜੀ ਲਾਜ ਖੋ ਗਈ ਆ, ਵੀ ਮੇਰੀ ਬਹੁਤੀ ਹੀ ਜ਼ਿਆਦੀ ਬੇਇੱਜ਼ਤੀ ਹੋਈ ਹੈ। ਕਰਨ ਸੰਬੰਧ ਨ ਮਾਨੈ ਕੋਈ। ਸੋ ਕਹਿਣ ਲੱਗੇ ਇਸ ਤਰ੍ਹਾਂ ਹੁਣ ਕੋਈ ਵੀ ਭਾਪੀ ਮੇਰੇ ਨਾਲ ਸੰਬੰਧ ਬਣਾਉਣਾ ਜਿਹੜਾ ਨਹੀਂ ਚਾਹੇਗਾ। ਸੋ ਬਦਲਾ ਅਬ ਆਵੇ ਹਾਥ। ਸੋ ਕਹਿਣ ਲੱਗੇ ਵੀ ਇਸ ਪ੍ਰਕਾਰ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਕਰਨ ਸੰਬੰਧ ਨਾ ਮਾਨੈ ਕੋਈ। ਸੋ ਕਹਿਣ ਲੱਗੇ ਸੋ ਬਦਲਾ ਅਬ ਆਵੇ ਹਾਥ, ਵੀ ਉਹ ਜਿਹੜਾ ਸਮਾਂ ਬਤੀਤ ਹੋ ਚੁੱਕਾ ਹੈ, ਉਹ ਹੁਣ ਸਮਾਂ ਮੇਰੇ ਹੱਥ ਦੇ ਵਿੱਚ ਆਇਆ ਹੈ ਵੀ ਮੈਂ ਸਤਿਗੁਰੂ ਜੀ ਤੋਂ ਇੱਕ ਇੱਕ ਜਿਹੜਾ ਬਦਲਾ ਗਿਣ ਕੇ ਲਵਾਂਗਾ। ਇਮ ਵਿਚਾਰ ਮੂਰਖ ਮੁਦ ਸਾਤ। ਇਸ ਤਰ੍ਹਾਂ ਮੰਦੀ ਮੱਤ ਵਾਲਾ ਜਿਹੜਾ ਚੰਦੂ ਹੈ ਸਾਧ ਸੰਗਤ ਜੀ ਵਿਚਾਰ ਰਿਹਾ ਤੇ ਖੁਸ਼ ਹੋ ਰਿਹਾ ਹੈ। ਨੈ ਜਾਣੇ ਨਿਜ ਮੂਲ ਉਪਾਰਤ। ਪਰ ਇਹ ਨਹੀਂ ਜਾਣਦਾ ਵੀ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਮੈਂ ਖੁਟਿਆਈ ਕਰਕੇ ਸਤਿਗੁਰੂ ਜੀ ਨੂੰ ਦੁੱਖ ਦੇਣ ਦਾ ਯਤਨ ਕਰਕੇ ਮੈਂ ਆਪਣੀਆਂ ਜੜ੍ਹਾਂ ਨੂੰ ਪੱਟ ਰਿਹਾ ਹਾਂ। ਆਪਣੇ ਪਰ ਅਪਦਾ ਵੱਡ ਧਾਰਤ। ਬੜੀ ਵੱਡੀ ਅਪਦਾ ਆਪਣੇ ਤੇ ਬਿਪਤਾ ਜਿਹੜੀ ਪਾ ਰਿਹਾ ਹਾਂ, ਵੀ ਮੈਂ ਮੁੱਲ ਹੀ ਜਿਹੜੀ ਬਿਪਤਾ ਸਹੇੜ ਰਿਹਾ ਹਾਂ। ਇਸ ਜਗ ਮੈਂ ਦੁੱਖ ਭੋਗ ਕਨੇਰੇ। ਇਹ ਨਹੀਂ ਜਾਣਦਾ ਵੀ ਇਸ ਲੋਕ ਦੇ ਵਿੱਚ ਸੰਸਾਰ ਦੇ ਵਿੱਚ ਬਹੁਤੇ ਹੀ ਦੁੱਖ ਭੋਗ ਕਰਕੇ ਮਰਿਓ ਕੁਮਰਤੂ ਅੰਤ ਕੀ ਬੇਰੇ। ਤੇ ਫਿਰ ਬਹੁਤ ਦੁੱਖ ਭੋਗਣ ਤੋਂ ਬਾਅਦ ਕੁਮਰਿਤ ਖੋਟੀ ਜਿਹੜੀ ਮੌਤ ਮੈਂ ਮਰਾਂਗਾ, ਵੀ ਖੋਟੀ ਮੌਤ ਮੈਨੂੰ ਆਵੇਗੀ। ਨਰਕ ਅਗਾਰੀ ਪਰ ਹੋ ਜਾਏ। ਤੇ ਫਿਰ ਮਰਨ ਤੋਂ ਬਾਅਦ ਅੱਗੇ ਜਾ ਕੇ ਵੀ ਮੈਂ ਨਰਕਾਂ ਦੇ ਵਿੱਚ ਪਵਾਂਗਾ। ਨੈ ਅਨਜਾਨ ਲਖੇ ਇਸ ਪਾਏ। ਇਹਨਾਂ ਗੱਲਾਂ ਬਾਤਾਂ ਤੋਂ ਜਿਹੜਾ ਚੰਦੂ ਅਣਜਾਣ ਹੈ, ਇਹਨਾਂ ਬਾਰੇ ਇਹਨੂੰ ਕੋਈ ਸੋਧੀ ਨਹੀਂ, ਇਸ ਬਾਰੇ ਨਹੀਂ ਜਾਣਦਾ ਹੈ। ਚੱਲ ਲਾਹੌਰ ਤੇ ਐਦੀ ਆਇਓ। ਕਹਿਣ ਲੱਗੇ ਇਸ ਤਰ੍ਹਾਂ ਸਾਧ ਸੰਗਤ ਜੀ ਜਿਹੜਾ ਐਦੀਆ ਲਾਹੌਰ ਤੋਂ ਚੱਲ ਕੇ ਜੋ ਚੰਦੂ ਨੇ ਭੇਜਿਆ ਹੈ, ਉਹ ਕਹਿਣ ਲੱਗੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਪਹੁੰਚਿਆ ਹੈ। ਹੋਨ ਕਰੂਰ ਜੋ ਦੁਸ਼ਟ ਸਿਖਾਇਓ। ਜੋ ਚੰਦੂ ਨੇ ਉਹਨੂੰ ਸਿਖਾਇਆ ਸੀ ਕਿ ਬੜਾ ਕਰੜਾ ਹੋ ਕਰਕੇ ਤੂੰ ਗੁਰੂ ਦਰਬਾਰ ਦੇ ਵਿੱਚ ਜਾਣਾ, ਤਾਂ ਮਹਾਰਾਜ ਜੀ ਨੂੰ ਸਖਤ ਹੁਕਮ ਕਰਨਾ ਵੀ ਬੜੀ ਛੇਤੀ ਦੇ ਨਾਲ 2 ਲੱਖ ਰੁਪਈਆ ਦੇਣਾ ਕਰੋ, ਮੈਨੂੰ ਬਾਦਸ਼ਾਹ ਨੇ ਭੇਜਿਆ ਹੈ। ਦੋਹਰਾ ਸ਼੍ਰੀ ਅਰਜਨ ਬੈਠਿਓ ਗੁਰੂ ਜਾਣਤ ਸਕਲ ਪ੍ਰਸੰਗ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਬੈਠੇ ਨੇ, ਸਾਰੀ ਵਾਰਤਾ ਪ੍ਰਸੰਗ ਨੂੰ ਮਹਾਰਾਜ ਜੀ ਜਾਣਦੇ ਨੇ ਵੀ ਅੱਗੇ ਹੁਣ ਕੀ ਹੋਣਾ ਹੈ। ਐਦੀ ਨੇ ਦਰਸ਼ਨ ਕਰਿਓ ਪਾਸੀ ਤਲ ਸਰਬੰਗ। ਜਿਸ ਐਦੀ ਨੂੰ ਹੁਕਮ ਕੀਤਾ ਸੀ ਕਿ ਬੜੇ ਕਰੜੇ ਸ਼ਬਦਾਂ ਦੇ ਵਿੱਚ ਜਾ ਕਰਕੇ ਤੂੰ ਮਹਾਰਾਜ ਜੀ ਦੇ ਨਾਲ ਗੱਲਬਾਤ ਕਰਨੀ, ਕਹਿਣ ਲੱਗੇ ਐਦੀਏ ਨੇ ਆਣ ਕੇ ਜਦੋਂ ਮਹਾਰਾਜ ਜੀ ਦੇ ਦਰਸ਼ਨ ਕੀਤੇ ਉਹਦੇ ਸਾਰੇ ਅੰਗਾਂ ਦੇ ਵਿੱਚ ਠੰਡ ਵਰਤ ਗਈ, ਬੜਾ ਮਨ ਸ਼ਾਂਤ ਹੋ ਗਿਆ। ਚੌਪਈ ਲਿਖਿਓ ਸ਼ਾਹ ਕੋ ਤਰਿਓ ਅਗਾਰੀ। ਕਹਿਣ ਲੱਗੇ ਜੋ ਬਾਦਸ਼ਾਹ ਨੇ ਸ਼ਾਹੀ ਹੁਕਮ ਲਿਖਿਆ ਸੀ, ਲਿਖਿਆ ਤਾਂ ਚੰਦੂ ਨੇ ਬਾਦਸ਼ਾਹ ਦੇ ਵੱਲੋਂ, ਉਹ ਕਹਿਣ ਲੱਗੇ ਇਸ ਐਦੀਏ ਨੇ ਮਹਾਰਾਜ ਜੀ ਦੇ ਅੱਗੇ ਰੱਖਿਆ ਹੈ। ਆਪ ਜੋਰ ਕਰ ਬੰਧਨ ਧਾਰੀ। ਹੱਥ ਜੋੜ ਕਰਕੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਹੈ। ਦੇਖ ਸਰੂਪ ਸੁਭਾਵ ਵਿਸਾਲਾ। ਮਹਾਰਾਜ ਸਾਹਿਬ ਜੀ ਦਾ ਸਾਧ ਸੰਗਤ ਜੀ ਸਰੂਪ ਦੇਖ ਕੇ, ਚੰਗਾ ਮਹਾਰਾਜ ਜੀ ਦਾ ਸੁਭਾਵ ਦੇ ਕਰਕੇ ਐਦੀ ਕਹਿ ਨਾ ਸਕਿਓ ਤਿਸ ਕਾਲਾ। ਸਤਿਗੁਰੂ ਜੀ ਦੇ ਦਰਸ਼ਨ ਕਰਦਾ ਹੋਇਆ ਜਿਹੜਾ ਐਦੀਆ ਸੀ ਨਾ, ਕੁਝ ਵੀ ਕਹਿ ਨਹੀਂ ਸਕਿਆ। ਲਿਖਿਆ ਹੋਇਆ ਜਿਹੜਾ ਉਹ ਬਾਦਸ਼ਾਹ ਦਾ ਹੁਕਮ ਅੱਗੇ ਰੱਖ ਦਿੱਤਾ ਹੈ, ਪਰ ਬੋਲਣ ਦੀ ਸਮਰੱਥਾ ਨਹੀਂ। ਮਹਾਰਾਜ ਜੀ ਦੇ ਦਰਸ਼ਨਾਂ ਦਾ ਇੰਨਾ ਵੱਡਾ ਪ੍ਰਤਾਪ ਹੈ। ਸਤਿਗੁਰ ਸੋ ਖੁਲਵਾਏ
ਪਠਾਇਓ। ਮਹਾਰਾਜ ਸਾਹਿਬ ਜੀ ਨੇ ਉਹ ਜਿਹੜੀ ਚਿੱਠੀ ਹੈ ਸਾਰ ਸੰਗਤ ਜੀ ਉਹ ਖੁਲਵਾ ਕਰਕੇ ਤਾਂ ਪੜ੍ਹਾਈ ਹੈ। ਤਨ 2 ਲੱਖ ਸ਼ਾਹ ਮੰਗਵਾਇਓ। ਉਹਦੇ ਵਿੱਚ ਲਿਖਿਆ ਹੈ ਕਿ ਧੰਨ ਸਤਿਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਉਹ ਆਪ ਜੀ ਦੇ ਪਾਸੋਂ ਹਿੰਦੁਸਤਾਨ ਦਾ ਬਾਦਸ਼ਾਹ 2 ਲੱਖ ਰੁਪਈਆ ਚਾਹੁੰਦਾ ਹੈ। ਸ਼੍ਰੀ ਅਰਜਨ ਸਗਰੀ ਬਿਦ ਜਾਨੀ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਸਾਰੀ ਵਿਧੀ ਨੂੰ ਸਮਝ ਗਏ ਹਨ। ਤਜਨੀ ਕਾਇਆ ਆਪਨ ਪਛਾਨੀ। ਮਹਾਰਾਜ ਸਾਹਿਬ ਜੀ ਨੇ ਜਾਣ ਲਿਆ ਵੀ ਹੁਣ ਸਾਡੇ ਸਰੀਰ ਨੂੰ ਤਿਆਗਣ ਦਾ ਕੁਰਬਾਨੀ ਕਰਨ ਦਾ ਜਿਹੜਾ ਸਮਾਂ ਆ ਗਿਆ ਹੈ। ਤਜਨ ਦੇ ਦੁੱਖ ਪਾਏ ਉਚਾਰਾ। ਉਹ ਕਹਿਣ ਲੱਗੇ ਵੀ ਇਸ ਪ੍ਰਕਾਰ ਮਹਾਰਾਜ ਜੀ ਨੇ ਇਹ ਵਿਚਾਰਿਆ ਹੈ ਵੀ ਹੁਣ ਅਸੀਂ ਵੱਡੀ ਕੁਰਬਾਨੀ ਕਰਕੇ ਪ੍ਰਮਾਤਮਾ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਰਹਿੰਦਿਆਂ ਹੋਇਆਂ ਦੁਸ਼ਟਾਂ ਦੇ ਤਸੀਹਿਆਂ ਨੂੰ ਝੱਲਦਿਆਂ ਹੋਇਆਂ ਜਿਹੜਾ ਆਪਣਾ ਸਰੀਰ ਹੈ ਕੁਰਬਾਨ ਕਰਾਂਗੇ। ਹਰ ਗੋਬਿੰਦ ਗੁਰ ਬੈਠੇ ਭਾਰੀ। ਸਾਡੇ ਤੋਂ ਬਾਹਰ ਸਾਡੇ ਸਾਹਿਬਜ਼ਾਦੇ ਜੋ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਗੁਰਤਾ ਗੱਦੀ ਦੇ ਸਿੰਘਾਸਣ ਤੇ ਬੈਠਣਗੇ ਭਾਰੀ ਗੁਰੂ ਬਣ ਕਰਕੇ। ਮਹਾਬਲੀ ਬੜ ਸ਼ਸਤਰਨ ਧਾਰੀ। ਜੋ ਬਹੁਤ ਵੱਡੇ ਬਲੀ ਹੋਣਗੇ ਸ਼ਸਤਰ ਆਪਣੇ ਸਰੀਰ ਤੇ ਧਾਰਨ ਕਰਨਗੇ। ਸੋ ਸਭ ਬਦਲਾ ਲੇਗੋ ਹਮਾਰਾ। ਉਹ ਦੁਸ਼ਟਾਂ ਤੋਂ ਜੋ ਵੀ ਸਾਨੂੰ ਇਹ ਕਸ਼ਟ ਦੇਣਗੇ ਸਾਡੇ ਨਾਲ ਜੋ ਵਧੀਕੀ ਕਰਨਗੇ ਫਿਰ ਸਾਡੇ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਇਹਨਾਂ ਦੁਸ਼ਟਾਂ ਦਾ ਸੋਧਾ ਲਾ ਕਰਕੇ ਇਹਨਾਂ ਨੂੰ ਖਤਮ ਕਰਨਗੇ। ਭੂਤ ਭਵਿੱਖ ਭਲੇ ਨਿਰਤਾਰਾ। ਕਿੰਨਾ ਹੀ ਸਮਿਆਂ ਨੂੰ ਬੀਤ ਗਿਆ ਸਮਾਂ ਵਰਤਮਾਨ ਸਮਾਂ ਆਉਣ ਵਾਲੇ ਸਮੇਂ ਦੀ ਵਿਚਾਰ ਕਰਕੇ ਮਹਾਰਾਜ ਜੀ ਨਿਰਣਾ ਕਰਦੇ ਹਨ। ਇੱਕ ਦਿਵਸ ਐਦੀ ਕੋ ਰਾਖਿਓ। ਇੱਕ ਦਿਨ ਦਾ ਸਮਾਂ ਮਹਾਰਾਜ ਜੀ ਨੇ ਐਦੀਏ ਨੂੰ ਆਪਣੇ ਪਾਸ ਰੱਖਿਆ ਹੈ। ਭਈ ਪ੍ਰਾਤ ਤੇ ਸਤਿਗੁਰ ਪਾਖਿਓ। ਜਦੋਂ ਸਵੇਰ ਦਾ ਸਮਾਂ ਹੋਇਆ ਫਿਰ ਮਹਾਰਾਜ ਜੀ ਨੇ ਭਜਨ ਕੀਤੇ ਹਨ। ਹਮ ਲਾਹੌਰ ਆਪੇ ਚੱਲ ਜੈ ਹੈ। ਐਦੀਏ ਨੂੰ ਮਹਾਰਾਜ ਜੀ ਨੇ ਆਖਿਆ ਵੀ ਅਸੀਂ ਆਪ ਹੀ ਚੱਲ ਕਰਕੇ ਲਾਹੌਰ ਆਵਾਂਗੇ। ਕਹੇ ਸ਼ਾਹ ਜੋ ਤੈਠਾਂ ਦੈ ਹੈ। ਤੇ ਜੋ ਵੀ ਅਸੀਂ ਦੇਣਾ ਚਾਹਾਂਗੇ ਜੋ ਵੀ ਗੱਲਬਾਤ ਕਰਨੀ ਚਾਹਾਂਗੇ ਉਹ ਬਾਦਸ਼ਾਹ ਦੇ ਸਾਹਮਣੇ ਆਣ ਕੇ ਆਪ ਹੀ ਕਰਾਂਗੇ। ਇਸ ਪ੍ਰਕਾਰ ਕਹਿ ਐਦੀ ਤੋਰਿਓ। ਇਸ ਤਰ੍ਹਾਂ ਸਾਰ ਸੰਗਤ ਜੀ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਐਦੀਏ ਨੂੰ ਕਹਿੰਦੇ ਤੋਰ ਦਿੱਤਾ ਹੈ। ਬੋਲਿਓ ਸੋ ਨਿਜ ਹਾਥਨ ਜੋਰਿਓ। ਚੱਲਣ ਦੇ ਸਮੇਂ ਮਹਾਰਾਜ ਸਾਹਿਬ ਜੀ ਦੇ ਦਰਸ਼ਨਾਂ ਦਾ ਆਨੰਦ ਪ੍ਰਾਪਤ ਕਰ ਰਿਹਾ ਜੋ ਸਰਕਾਰੀ ਐਦੀ ਹੈ ਸੰਗਤਾਂ ਦੇ ਮਹਾਰਾਜ ਜੀ ਦੇ ਵਿੱਚ ਖੜਾ ਹੈ। ਚੱਲਣ ਦੇ ਸਮੇਂ ਹੱਥ ਜੋੜ ਕੇ ਇਸ ਤਰ੍ਹਾਂ ਆਖਣ ਲੱਗਾ ਹੈ। ਜਿਮ ਚੰਦੂ ਨੇ ਮੋਏ ਪਠਾਇਓ। ਕਹਿਣ ਲੱਗਾ ਮਹਾਰਾਜ ਇਸ ਪ੍ਰਕਾਰ ਹਿੰਦੁਸਤਾਨ ਦੇ ਵਜ਼ੀਰ ਨੇ ਚੰਦੂ ਨੇ ਸਾਨੂੰ ਭਾਪ ਵੀ ਬਾਦਸ਼ਾਹ ਦੇ ਵਜ਼ੀਰ ਚੰਦੂ ਨੇ ਮੈਨੂੰ ਭੇਜਿਆ ਹੈ। ਖੋਟੇ ਬਾਕਨ ਕੋ ਸਿਖਰਾਇਓ। ਉਹਨੇ ਮਹਾਰਾਜ ਮੈਨੂੰ ਬੜੀਆਂ ਖੋਟੀਆਂ ਗੱਲਾਂ ਸਿਖਾ ਕਰਕੇ ਆਪ ਜੀ ਦੇ ਪਾਸ ਭੇਜਿਆ ਹੈ। ਸੋ ਮੁਝ ਤੇ ਕਿਮ ਨੇ ਬਨ ਆਵੇ। ਉਹ ਗੱਲਾਂ ਬਾਤਾਂ ਮਹਾਰਾਜ ਮੇਰੇ ਤੋਂ ਬਾੜੀ ਨਹੀਂ ਆ ਸਕਦੀਆਂ। ਮੈਂ ਕਿਵੇਂ ਆਪ ਜੀ ਦੇ ਦਰਬਾਰ ਦੇ ਵਿੱਚ ਉੱਚੀ ਬੋਲ ਸਕਦਾ ਜਾਂ ਕਰੋੜਤਾ ਵਾਲੇ ਖੋਟੇ ਬਚਨ ਬੋਲ ਸਕਦਾ ਹਾਂ। ਤੁਮ ਦਰਸ਼ਨ ਤੇ ਕੁਮਤ ਨਸਾਵੇ। ਸੱਚੇ ਪਾਤਸ਼ਾਹ ਆਪ ਜੀ ਦੇ ਦਰਸ਼ਨ ਕਰਨ ਦੇ ਨਾਲ ਹੀ ਖੋਟੀ ਮਤ ਨਾਸ ਹੋ ਜਾਂਦੀ ਹੈ। ਆਪਣੋ ਸੇਵਕ ਮੋਏ ਪਛਾਨੋ। ਇਸ ਕਰਕੇ ਮਹਾਰਾਜ ਮੈਨੂੰ ਕੋਈ ਸਰਕਾਰੀ ਐਦੀਏ ਨਾ ਸਮਝਣਾ ਕਰੋ ਮੈਨੂੰ ਆਪਣਾ ਦਾਸ ਹੀ ਜਾਣਨਾ ਕਰੋ ਤੁਸੀਂ। ਰਾਵਰ ਕਹੋ ਤਥਾ ਅਬਮਾਨੋ। ਸੱਚੇ ਪਾਤਸ਼ਾਹ ਮਹਾਰਾਜ ਰਾਵਰ ਕਹੋ ਤਥਾ ਅਬਮਾਨੋ। ਜਿਵੇਂ ਆਪ ਜੀ ਮੈਨੂੰ ਹੁਕਮ ਕਰਦੇ ਮੈਂ ਉਸੇ ਤਰ੍ਹਾਂ ਹੀ ਮੰਨਦਾ ਹਾਂ। ਪੁਰਸ਼ੋਤਮ ਤੁਮ ਸਭ ਕਿਛ ਜਾਨੋ। ਸਤਿਗੁਰੂ ਜੀ ਤੁਸੀਂ ਪੁਰਸ਼ਾਂ ਦੇ ਵਿੱਚੋਂ ਉਤਮ ਹੋ ਪ੍ਰਮਾਤਮਾ ਸਰੂਪ ਹੋ ਤਾਂ ਸੱਚੇ ਪਾਤਸ਼ਾਹ ਸਾਰਾ ਕੁਝ ਤੁਸੀਂ ਜਾਣਦੇ ਹੋ ਜੀ। ਤੋ ਦੀਵਾਨ ਦੁਸ਼ਟ ਪਹਿਚਾਨੋ। ਤੈ ਵੀ ਮਹਾਰਾਜ ਜਿਹੜਾ ਦੀਵਾਨ ਚੰਦੂ ਹੈ ਨਾ ਉਹਨੂੰ ਦੁਸ਼ਟੀ ਪਛਾਣਨਾ ਕਰੋ ਤੁਸੀਂ। ਇਸ ਤੇ ਆਪ ਰਹੋ ਸਾਵਧਾਨਾ। ਸਤਿਗੁਰੂ ਮਹਾਰਾਜ ਉਹ ਸਦਾ ਹੀ ਨਾ ਉਹਦੇ ਚੰਦੂ ਤੋਂ ਤੁਸੀਂ ਸਾਵਧਾਨ ਹੀ ਰਹਿਣਾ ਕਰੋ। ਸਕਲ ਕੁਕਰਮ ਤਿਸੀ ਨੇ ਠਾਨਾ। ਸਾਰਾ ਹੀ ਮਹਾਰਾਜ ਜਿਹੜਾ ਕੁਕਰਮ ਹੈ ਨਾ ਉਹਨੇ ਰਚਿਆ ਸਾਰਾ ਸਿਆਪਾ ਉਹਨੇ ਪਾਇਆ ਵੀ 2 ਲੱਖ ਰੁਪਈਆ ਗੁਰੂ ਅਰਜਨ ਸਾਹਿਬ ਜੀ ਦੇਣ
ਉਸੇ ਨੇ ਮਹਾਰਾਜ ਚੁਗਲੀਆਂ ਕਰਕੇ ਬਾਦਸ਼ਾਹ ਦੇ ਕੰਨ ਭਰੇ ਨੇ, ਉਹਨੇ ਸਾਰੇ ਕੁਕਰਮ ਕੀਤੇ ਹਨ। ਐਦੀ ਤੇ ਸੁਨ ਕੀਨ ਪਸਾਓ। ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਐਦੀਏ ਤੋਂ ਸੁਣ ਕਰਕੇ ਇਹਦੀਆਂ ਗੱਲਾਂ ਬਾਤਾਂ ਪਾਤਸ਼ਾਹ ਜੀ ਨੇ ਐਦੀਏ ਤੇ ਕਿਰਪਾ ਕੀਤੀ ਹੈ। ਸਤਿਗੁਰ ਦੇਤ ਭਏ ਸਿਰ ਪਾਓ। ਸਤਿਗੁਰੂ ਜੀ ਐਦੀਏ ਨੂੰ ਸਾਧ ਸੰਗਤ ਜੀ ਨਿਮਰਤਾਵਾਨ ਜਾਣ ਕੇ, ਪ੍ਰੇਮ ਵਾਲਾ ਜਾਣ ਕੇ ਉਹਦਾ ਸਤਿਕਾਰ ਕੀਤਾ, ਉਹਨੂੰ ਸਰੋਪਾਓ ਦਿੱਤਾ ਹੈ। ਬੁਰਾ ਜੋ ਹੋਏ ਆਪ ਗਰ ਜੈ। ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਬੁਰਾ ਹੁੰਦਾ ਹੈ ਉਹ ਆਪੇ ਗਲ ਜਾਂਦਾ ਹੈ। ਇਸੇ ਕਰਕੇ ਮਹਾਰਾਜ ਜੀ ਦੇ ਬਚਨ ਹਨ ਕਿ ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਮਹਾਰਾਜ ਜੀ ਕਹਿੰਦੇ ਜਿਹੜਾ ਬੁਰਾ ਕਰਨਾ ਚਾਹੁੰਦਾ ਹੈ ਆਪੇ ਹੀ ਗਲ ਸੜ ਜਾਂਦਾ ਹੈ। ਮੂਰਖ ਆਪਣੋ ਕੀਤਾ ਪੈ। ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਜਿਹੜਾ ਚੰਦੂ ਹੈ ਆਪਣਾ ਕੀਤਾ ਹੀ ਪਾਵੇਗਾ। ਰੁਖ ਸਦੋਏ ਐਦੀ ਚੱਲ ਗਇਓ। ਸਤਿਗੁਰੂ ਮਹਾਰਾਜ ਜੀ ਤੋਂ ਵਿਦਾ ਹੋ ਕਰਕੇ ਜਿਹੜਾ ਐਦੀ ਲਾਹੌਰ ਨੂੰ ਚਲਿਆ ਗਿਆ। ਚੰਦੂ ਸੰਗ ਕੈਤ ਇਮ ਪਇਓ। ਇਸ ਪ੍ਰਕਾਰ ਸਾਧ ਸੰਗਤ ਜੀ ਜਿਹੜਾ ਐਦੀ ਹੈ ਉਹ ਜਾ ਕਰਕੇ ਜੋ ਜਿਵੇਂ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਇਹਨੇ ਆਣ ਕੇ ਦਰਸ਼ਨ ਕੀਤੇ ਮਹਾਰਾਜ ਜੀ ਦੇ ਨਾਲ, ਇਸ ਨੇ ਗੱਲਾਂ ਬਾਤਾਂ ਕੀਤੀਆਂ, ਉਹ ਹੁਣ ਸਾਰੀ ਜਿਹੜੀ ਵਾਰਤਾ ਚੰਦੂ ਨੂੰ ਦੱਸੇਗਾ। ਫਿਰ ਸਾਧ ਸੰਗਤ ਜੀ ਜਿਹੜਾ ਚੰਦੂ ਹੈ ਫਿਰ ਝੂਰੇਗਾ, ਪਛਤਾਵੇਗਾ ਵੀ ਮੈਂ ਇਸ ਕਾਰਜ ਦੇ ਵਿੱਚ ਵੀ ਸਫਲ ਨਹੀਂ ਹੋਇਆ, ਵੀ ਸਤਿਗੁਰੂ ਜੀ ਨੇ ਨਾ ਤਾਂ ਮਾਇਆ ਹੀ ਦਿੱਤੀ ਹੈ, ਨਾ ਵੀ ਆਪ ਆਉਣ ਵਾਸਤੇ ਕਹਿ ਦਿੱਤਾ ਹੈ। ਫਿਰ ਇਸ ਤਰ੍ਹਾਂ ਜਿਹੜਾ ਚੰਦੂ ਹੈ ਜਿਵੇਂ ਅੱਗੇ ਬਾਦਸ਼ਾਹ ਦੇ ਕੋਲ ਜਾ ਕਰਕੇ ਫਿਰ ਕੰਨ ਉਸ ਦੇ ਭਰੇਗਾ। ਆਪਾਂ ਆਉਣ ਵਾਲੇ ਸਮੇਂ ਦੇ ਅੰਦਰ ਇਹ ਪ੍ਰਸੰਗ ਸਰਵਣ ਕਰਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਵਿਚਾਰਾਂ ਕਰਦਿਆਂ ਏਕ ਨਹੀਂ ਅਨੇਕ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਤਰੁੱਟੀਆਂ ਰਹਿ ਗਈਆਂ ਹਨ। ਆਪ ਸਰਬੱਤ ਸੰਗਤਾਂ ਬਖਸ਼ਣ ਯੋਗ ਹੋ, ਸਤਿਗੁਰੂ ਜੀ ਬਖਸ਼ਣ ਯੋਗ ਹਨ। ਲੇਖਾ ਕਤਹਿ ਨ ਛੂਟੀਆ, ਖਿਨ ਖਿਨ ਭੁੱਲਨ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ, ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ। ਸਤਿਗੁਰੂ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜਿਨ੍ਹਾਂ ਨੇ ਕਿਰਪਾ ਕਰਕੇ ਆਪਣੇ ਮਹਾਨ ਪਾਵਨ ਸਥਾਨ ਤੇ ਕਥਾ ਵਿਚਾਰ ਕਰਨ ਦਾ ਸੁਭਾਗ ਸਮਾਂ ਬਖਸ਼ਿਆ। ਗੁਰੂ ਘਰ ਦੇ ਹੈੱਡ ਗ੍ਰੰਥੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਪ੍ਰਿਤਪਾਲ ਸਿੰਘ ਜੀ ਦਾ ਵੀ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਆਪ ਸਰਬੱਤ ਸੰਗਤਾਂ ਦੇ ਇਹ ਦਰਸ਼ਨ ਦਿਦਾਰੇ ਕਰਵਾਏ ਹਨ। ਸੋ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ, ਇੰਨੀਆਂ ਬੇਨਤੀਆਂ ਨੂੰ ਪ੍ਰਵਾਨ ਕਰਨਾ ਜੀ। ਸੋ ਆਓ ਫਤਿਹ ਦੀ ਸਾਂਝ ਪਾ ਕਰਕੇ ਸਮਾਪਤੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏ ਅਚੁੱਤ ਏ ਪਾਰ ਬ੍ਰਹਮ ਅਬਨਾਸੀ ਅਗਨਾਸ, ਏ ਪੂਰਨ ਏ ਸਰਬ ਮੈਂ ਦੁਖ ਭੰਜਨ ਗੁਣ ਤਾਸ। ਏ ਸੰਗੀ ਏ ਨਿਰੰਕਾਰ, ਏ ਨਿਰਗੁਣ ਸਭ ਟੇਕ। ਏ ਗੋਬਿੰਦ ਏ ਗੁਣ ਨਿਧਾਨ, ਜਾ ਕੈ ਸਦਾ ਬਿਬੇਕ। ਏ ਅਪਰੰਪਰ ਹਰ ਹਰੇ, ਹੈ ਪੀਓ ਵਨਹਾਰ। ਹੇ ਸੰਤਹਿ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹੋ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮਦਾਨ, ਰਾਖੋਈਐ ਪਰੋਏ। ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਓਤ ਨਿਆਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨਾਰ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਬੇਨਤੀ ਹੈ
ਕਿ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਦੇ ਵਿੱਚ, ਉਹਨਾਂ ਦੇ ਆਗਮਨ ਦੇ ਸਬੰਧ ਦੇ ਵਿੱਚ ਗੁਰਦੁਆਰਾ ਸ਼੍ਰੀ ਜਾਪ ਸਾਹਿਬ ਮੁਹੱਲਾ ਕਨੇਰਾ ਤਕਲੀ ਮੋੜ ਵਿਖੇ ਕੱਲ 2 ਜੁਲਾਈ ਦਿਨ ਐਤਵਾਰ ਨੂੰ 11 ਵਜੇ ਅੰਮ੍ਰਿਤ ਸੰਚਾਰ ਹੋ ਰਿਹਾ ਹੈ। ਜੋ ਅੰਮ੍ਰਿਤ ਅਭਲਾਖੀ ਅੰਮ੍ਰਿਤ ਪਾਨ ਕਰਨਾ ਚਾਹੁੰਦੇ ਹਨ ਉਹ ਕੱਲ ਠੀਕ 11 ਵਜੇ ਗੁਰਦੁਆਰਾ ਸ਼੍ਰੀ ਜਾਪ ਸਾਹਿਬ ਮੁਹੱਲਾ ਕਨੇਰਾ ਤਕਲੀ ਮੋੜ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨ ਜੀ।